ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 13 ਤੇ ਉੱਤੋਂ 7-8 ਪੰਕਤੀਆਂ ਛੱਡ ਕੇ ਹੈ। ਰਾਗ ਗੌੜੀ ਪੂਰਬੀ ਮਹਿਲਾ ਚੌਥਾ। ਰਾਗ ਦਾ ਨਾਂ ਹੈ ਗੌੜੀ ਪੂਰਬੀ। ਮਹਿਲਾ ਚੌਥਾ ਦਾ ਮਤਲਬ ਚੌਥੇ ਪਾਤਸ਼ਾਹ ਦੀ ਬਾਣੀ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਕਿਆ ਰੱਖਣਾ ਜੀ? ਇਹ 99% ਪਾਠੀ ਇਸ ਨੂੰ ਬ੍ਰਹਮੰਡਾ ਪੜ੍ਹਦੇ ਨੇ। ਇਹ ਬਹੁਵਚਨ ਹੈ। ਅਬਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਚੌਥੇ ਪਾਤਸ਼ਾਹ ਫਰਮਾਨ ਕਰਦੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ। ਨਗਰ ਭਾਵ ਸਰੀਰ। ਸਰੀਰ ਨੂੰ ਗੁਰਬਾਣੀ ਪਿੰਡ ਵੀ ਕਿਹਾ। ਜੀਓ ਪਿੰਡ ਸਭ ਤੇਰੀ ਰਾਸ। ਪਿੰਡ ਸਰੀਰ ਨੂੰ ਪਿੰਡ ਵੀ ਕਿਹਾ, ਸਰੀਰ ਨੂੰ ਨਗਰ ਵੀ ਕਿਹਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਕਾਮ ਨਾਲ ਕ੍ਰੋਧ ਨਾਲ ਇਹ ਸਰੀਰ ਬਹੁਤ ਭਰਿਆ ਭਾਵੇਂ ਸਰੀਰ ਦੇ ਵਿੱਚ ਬੜਾ ਕਾਮ ਹੈ, ਬੜਾ ਕ੍ਰੋਧ ਹੈ। ਮਿਲ ਸਾਧੂ ਖੰਡਲ ਖੰਡਾ ਹੈ। ਖੰਡਲ ਖੰਡਾਂ ਦੇ ਟੋਟੇ ਟੋਟੇ ਕਰਨਾ। ਸਾਧੂ ਗੁਰੂ ਨੂੰ ਮਿਲ ਕੇ ਇਸ ਕਾਮ ਕ੍ਰੋਧ ਨੂੰ ਟੋਟੇ ਟੋਟੇ ਕੀਤਾ ਜਾ ਸਕਦਾ ਹੈ। ਭਾਵ ਅੰਦਰੋਂ ਖਤਮ ਕੀਤਾ ਜਾ ਸਕਦਾ ਹੈ। ਇੱਕ ਤੇ ਉਹ ਕਿਰਪਾ ਕਰ ਦਿੰਦੇ ਨੇ, ਦੂਸਰਾ ਇਸ ਨੂੰ ਖਤਮ ਕਰਨ ਦਾ ਢੰਗ ਦੱਸਦੇ ਨੇ ਵੀ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕਰੋ ਵੀ ਕਾਮ ਅਤੇ ਕ੍ਰੋਧ ਦੇ ਅਧੀਨ ਨਾ ਹੋ। ਕਿਉਂਕਿ ਦੋਨੋਂ ਚੀਜ਼ਾਂ ਨੇ ਗੁਰਬਾਣੀ ਕਹਿੰਦੀ, ਕਾਮ ਕ੍ਰੋਧ ਕਾਇਆ ਕੋ ਗਲ, ਜਿਉਂ ਕੰਚਨ ਸੁਹਾਗਾ ਢਲ। ਕਾਮ ਅਤੇ ਕ੍ਰੋਧ ਸਰੀਰ ਦਾ ਨਾਸ ਕਰ ਦਿੰਦੇ ਨੇ। ਇਸ ਲਈ ਆਪਣੇ ਵੱਲੋਂ ਪੂਰਾ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਧਾਰਮਿਕ ਬੰਦੇ ਦੇ ਕ੍ਰੋਧ 'ਚ ਆਉਣਾ ਹੀ ਨਹੀਂ ਚਾਹੀਦਾ। ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਅਬਾ ਤਬਾ ਬੋਲੀ ਜਾਂਦਾ, ਫਜ਼ੂਲ ਦਾ ਬੋਲੀ ਜਾਂਦਾ, ਕੋਈ ਨਿੰਦਿਆ ਕਰੀ ਜਾਂਦਾ, ਸ਼ਾਂਤ ਚਿੱਤ ਰਹੇ। ਉਹ ਸ਼ਾਂਤ ਚਿੱਤ ਰਹੇ, ਅੱਗੋਂ ਰਿਐਕਸ਼ਨ ਨਾ ਕਰੇ। ਹਾਂ ਭਾਈ, ਫਿਰ ਦਸਮ ਪਾਤਸ਼ਾਹ ਕਹਿੰਦੇ ਜਦੋਂ ਪਾਣੀ ਸਿਰ ਤੋਂ ਲੰਘਣ ਲੱਗੇ ਫਿਰ ਤਾਂ ਦੇਖੋ ਯਤਨ ਕਰਨਾ ਹੀ ਕਰਨਾ, ਨਹੀਂ ਤਾਂ ਅੰਦਰ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ। ਕਈ ਲੋਕਾਂ ਨੂੰ ਬੜੀ ਛੇਤੀ ਕ੍ਰੋਧ ਚੜ੍ਹਦਾ ਹੈ। ਜੇ ਤਾਂ ਉਹ ਕ੍ਰੋਧ ਜਦੋਂ ਆਇਆ ਹੈ, ਜੇ ਤਾਂ ਉਹ ਰਿਐਕਸ਼ਨ ਕਰਦੇ ਨੇ, ਕੁੱਟਮਾਰ ਕਰਦੇ ਨੇ, ਤਾਂ ਫਿਰ ਨੁਕਸਾਨ ਹੈ। ਜੇ ਉਹ ਰਿਐਕਸ਼ਨ ਨਹੀਂ ਕਰਦੇ, ਚੁੱਪ ਰਹਿੰਦੇ ਨੇ, ਤਾਂ ਅੰਦਰ ਜਿਹੜਾ ਹੈ ਨੁਕਸਾਨ ਹੁੰਦਾ ਹੈ। ਕਿਉਂਕਿ ਕ੍ਰੋਧ 'ਤੇ ਆਇਆ, ਕੋਸ਼ਿਸ਼ ਕਰਨੀ ਹੈ ਕਿ ਇਹ ਸੰਸਾਰ ਹੈ, ਇਹਨੇ ਹਮੇਸ਼ਾ ਸਾਰਿਆਂ ਦੀ ਕਦੇ ਨਾ ਨਿੰਦਿਆ ਕੀਤੀ ਹੈ, ਨਾ ਉਸਤਤ ਕੀਤੀ ਹੈ। ਸੰਸਾਰ ਜਿਹੜਾ ਹੈ, ਆਮ ਕਹਾਵਤ ਹੈ ਕਿ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਨੇ, ਸੰਸਾਰ ਨੂੰ ਦੋਨੋਂ ਪਾਸੇ ਹੁੰਦੇ ਨੇ।
ਇਹ ਚੰਗਿਆਂ ਨੂੰ ਵੀ ਨਿੰਦੀ ਜਾਂਦੇ ਨੇ, ਮੰਦਿਆਂ ਨੂੰ ਵੀ ਨਿੰਦੀ ਜਾਂਦੇ ਨੇ। ਕਿਉਂਕਿ ਅਸੀਂ ਜਿਹੜਾ ਦੂਜੇ ਨੂੰ ਕਦੋਂ ਨਿੰਦਦੇ ਹਾਂ, ਜਿਹੜਾ ਸਾਡੇ ਸੁਭਾਅ ਦੇ ਅਨੁਸਾਰ ਨਹੀਂ ਹੈ। ਅਸੀਂ ਕੋਈ ਮਾਪਦੰਡ ਨਹੀਂ ਰੱਖਿਆ ਵੀ ਇਸ ਮਾਪਦੰਡ 'ਤੇ ਪੂਰਾ ਨਹੀਂ ਉਤਰਦਾ ਤਾਂ ਇਹਨੂੰ ਨਿੰਦਿਆ ਕਰੋ। ਅਸੀਂ ਬਸ ਜਿਹੜਾ ਸਾਡੇ ਸੁਭਾਅ ਨਾਲ ਮੇਲ ਨਹੀਂ ਖਾਂਦਾ ਉਹਨੂੰ ਨਿੰਦੇ ਰਹਿੰਦੇ ਹਾਂ। ਵੈਸ਼ ਨੂੰ ਪੀਣ ਵਾਲਾ ਨਿੰਦਾ ਰਹਿੰਦਾ, ਪੀਣ ਵਾਲਾ ਵੈਸ਼ ਨੂੰ ਮੂਰਖ ਕਹਿੰਦਾ ਰਹਿੰਦਾ ਹੈ। ਇਹ ਕੁਦਰਤ ਕਿਉਂ? ਉਹ ਕਹਿੰਦਾ ਉਹ ਮੇਰੇ ਵਰਗਾ ਹੋਵੇ, ਕਹਿੰਦਾ ਮੇਰੇ ਵਰਗਾ ਹੋਵੇ। ਇਸ ਤਰ੍ਹਾਂ ਹੁੰਦਾ ਹੈ ਨਹੀਂ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕ੍ਰੋਧ 'ਚ ਨਾ ਆਵੋ। ਕਈਆਂ ਦਾ ਸੁਭਾਅ ਹੀ ਕ੍ਰੋਧੀ ਹੈ। ਉਸ ਸੁਭਾਅ ਨੂੰ ਚੇਂਜ ਕਰਨ ਦਾ ਵੀ ਢੰਗ ਹੈ। ਚੇਂਜ ਕਰਨ ਦਾ ਢੰਗ ਹੈ। ਕਈ ਵਾਰੀ ਮੈਂ ਦੱਸਿਆ, ਪਰ ਲੋਕ ਅਪਣਾਉਂਦੇ ਨਹੀਂ ਹੈਗੇ। ਪਹਿਲਾ ਢੰਗ ਹੈ ਕ੍ਰੋਧ ਨੂੰ ਕੰਟਰੋਲ ਕਰਨ ਦਾ, ਕਿ ਜਦੋਂ ਕ੍ਰੋਧ ਚੜ੍ਹੇ ਤੁਸੀਂ ਕੀ ਕਰਨਾ ਹੈ ਵੀ ਇਸ ਤਰ੍ਹਾਂ ਆਪਣੇ ਹੱਥ ਕਰ ਲੈਣੇ। ਇਹ ਆ ਉਂਗਲਾਂ ਜਿਹੜੀਆਂ ਨੇ ਅੰਦਰ ਨੂੰ ਇਸ ਤਰ੍ਹਾਂ ਮੋੜ ਲੈਣੀਆਂ, ਅੰਗੂਠਾ ਬਾਹਰ ਰੱਖਣਾ, ਇਸ ਨੂੰ ਜ਼ੋਰ ਨਾਲ ਘੁੱਟਣਾ ਜਿੰਨਾ ਵੀ ਤੁਸੀਂ ਜ਼ੋਰ ਲਾ ਸਕਦੇ ਹੋ। ਫਿਰ ਉਂਗਲਾਂ ਖੋਲ੍ਹ ਲੈਣੀਆਂ, ਫਿਰ ਘੁੱਟਣਾ। ਇਸ ਤਰ੍ਹਾਂ 5 ਵਾਰੀ ਘੁੱਟਣਾ ਅਤੇ 5 ਵਾਰੀ ਖੋਲ੍ਹਣਾ। ਤੁਸੀਂ ਬਿਲਕੁਲ ਸ਼ਾਂਤ ਚਿੱਤ ਹੋ ਜਾਓਗੇ। ਇਹ ਤਾਂ ਹੈ ਵੀ ਜਦੋਂ ਕ੍ਰੋਧ ਆਵੇ ਉਦੋਂ ਤੁਸੀਂ ਉਂਝ ਹੀ ਕ੍ਰੋਧ ਨੂੰ ਆਪਣੇ ਅੰਦਰੋਂ ਖ਼ਤਮ ਕਰਨਾ ਤਾਂ ਰੋਜ਼ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਦਿਨ 'ਚ 3 ਵਾਰੀ ਇਸ ਤਰ੍ਹਾਂ 5 ਵਾਰੀ ਕਰਨਾ। ਬੰਦ ਕਰੋ ਜ਼ੋਰ ਨਾਲ, ਫਿਰ ਖੋਲ੍ਹੋ। ਸਵੇਰੇ ਇਸ ਤਰ੍ਹਾਂ, ਫਿਰ ਦੁਪਹਿਰੇ 5 ਵਾਰੀ, ਫਿਰ ਸ਼ਾਮ 5 ਵਾਰੀ, 40 ਦਿਨ ਕਰੋ। ਤੁਹਾਡੇ ਅੰਦਰ ਕ੍ਰੋਧ ਖਤਮ ਹੋ ਜਾਵੇਗਾ। ਤੁਸੀਂ ਸ਼ਾਂਤ ਚਿੱਤ ਰਹਿਣ ਲੱਗ ਜਾਵੋਗੇ। ਦੂਸਰਾ ਹੈ ਵੀ ਕ੍ਰੋਧ ਆ ਗਿਆ ਹੈ ਹੁਣ, ਉਦੋਂ ਇਹ ਨਾ ਵੀ ਉੱਠ ਕੇ ਲੜਨ ਲੱਗ ਜਾਓ ਜਾਂ ਗਾਲਾਂ ਗੂਲਾਂ ਕੱਢਣ ਲੱਗ ਜਾਓ। ਉਦੋਂ ਇਸੇ ਤਰੀ ਕਰੋ। ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ, ਆਪਣੇ ਇਸੇ 5 ਵਾਰੀ ਕਰੋ। ਤੁਸੀਂ ਸ਼ਾਂਤ ਚਿੱਤ ਹੋ ਜਾਓਗੇ। ਇੱਕ ਤੇ ਢੰਗ ਹੈ। ਦੂਸਰਾ, ਤੁਸੀਂ ਕਈ ਵਾਰੀ ਬਾਕਸਰ ਵੇਖੇ ਹੋਣੇ, ਬਾਕਸਿੰਗ ਕਰਦੇ। ਉਹ ਘਰ 'ਚ ਇੱਕ ਬੋਰੀ ਟੰਗ ਲੈਂਦੇ ਨੇ, ਉਹ 'ਚ ਫੂਸ ਜਾਂ ਜੋ ਕੁਛ ਪਾਇਆ ਹੁੰਦਾ ਉਹਨੂੰ ਪੁੱਛ ਲੈਣਾ, ਮਾਰਕੀਟ 'ਚੋਂ ਮਿਲਦੀ ਹੈ। ਉਹਨੂੰ ਤੁਸੀਂ ਕਿਸੇ ਕਮਰੇ ਛੱਤ ਨਾਲ ਟੰਗ ਲਓ। ਰੋਜ਼ ਸਵੇਰੇ ਉੱਠ ਕੇ ਉਹਨੂੰ ਆਪਣਾ ਦੁਸ਼ਮਣ ਸਮਝ ਕੇ ਨਾ ਵੀ ਮੇਰਾ ਦੁਸ਼ਮਣ ਹੈ, ਉਹਨੂੰ ਘਸੁੰਨ ਮਾਰੋ। ਇੱਧਰੋਂ 10 ਵਾਰੀ ਮਾਰੋ, ਇੱਧਰੋਂ ਮਾਰੋ। ਉਹ ਜਿਹੜਾ ਤੁਹਾਡਾ ਕ੍ਰੋਧ ਹੈ ਉਹ ਨਿਕਲ ਜਾਵੇਗਾ ਅਤੇ ਕੁਝ ਦਿਨਾਂ ਬਾਅਦ ਤੁਸੀਂ ਸ਼ਾਂਤ ਚਿੱਤ ਹੋ ਜਾਓਗੇ। ਤੀਸਰਾ ਢੰਗ ਹੈ ਜਿਹੜਾ ਇੱਕ ਛਿੱਕੂ ਲੈ ਲਓ। ਪਹਿਲਾਂ ਹੁੰਦੇ ਨਾ ਛਿੱਕੂ, ਉਹ ਕੋਈ ਵਿਹੜੇ 'ਚ ਰੱਸੀ ਬੱਝੀ ਹੁੰਦੀ ਹੈ, ਤਾਰ ਬੱਝੀ ਹੁੰਦੀ ਹੈ। ਰਾਤ ਨੂੰ ਇੱਕ ਸੇਬ ਲੈ ਲਓ, ਉਹਨੂੰ ਧੋ ਲਓ, ਧੋ ਕੇ ਉਸ ਛਿੱਕੂ 'ਚ ਟੰਗ ਦਿਓ। ਉਹ ਟੰਗਣਾ ਤਾਂ ਹੈ ਵੀ ਬਾਹਰ ਕੋਈ ਜਾਨਵਰ ਨਾ, ਹੇਠੋਂ ਬਿੱਲੀ ਕੁੱਤੇ ਨਾ ਖਰਾਬ ਕਰ ਜਾਏ। ਉਹਨੂੰ ਟੰਗ ਦਿਓ। ਸਾਰੀ ਰਾਤ ਉਸ 'ਤੇ ਤਰੇਲ ਪਵੇਗੀ। ਸਵੇਰੇ ਉਸ ਨੂੰ ਧੋਣਾ ਨਹੀਂ ਹੈ, ਉਸ ਨੂੰ ਕੱਦੂਕਸ਼ ਕਰਨਾ, ਜਿਵੇਂ ਮੂਲੀ ਗੰਢਾ ਕਰਦੇ ਆਪਾਂ। ਕੱਦੂਕਸ਼ ਕਰਕੇ ਉਸ ਨੂੰ ਚਮਚੇ ਨਾਲ ਖਾਣਾ। ਰੋਜ਼ ਇਸ ਤਰ੍ਹਾਂ ਸੇਬ ਖਾਣਾ। 40 ਦਿਨ ਖਾਓ, ਤੁਹਾਡਾ ਗੁੱਸਾ ਖਤਮ ਹੋ ਜਾਵੇਗਾ। ਚੌਥਾ ਢੰਗ ਹੈ ਕਿ ਹਰ ਇੱਕ ਬੁਰਕੀ 32 ਵਾਰ ਚਬਾ ਕੇ ਖਾਓ। 1 ਵਾਰ ਰੋਟੀ ਖਾਓ, 2 ਵਾਰੀ ਖਾਓ, 3 ਵਾਰੀ ਖਾਓ। ਹਰ ਇੱਕ ਗ੍ਰਾਹੀ ਨੂੰ 32 ਵਾਰ ਚਬਾ ਕੇ ਖਾਓ। 40 ਦਿਨ ਇਸ ਤਰ੍ਹਾਂ ਕਰੋ, ਤੁਹਾਨੂੰ ਗੁੱਸਾ ਆਉਣੋਂ ਹਟ ਜਾਏਗਾ। ਅਤੇ 5ਵਾਂ ਢੰਗ ਗੁਰਬਾਣੀ ਦਿੱਤਾ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਕਾਮ ਅਤੇ ਕ੍ਰੋਧ ਦੇ ਨਾਲ ਸਾਰਾ ਸਰੀਰ ਭਰਿਆ ਹੋਇਆ। ਗੁਰੂ ਨੂੰ ਮਿਲ ਕੇ ਇਸ ਦੇ ਟੋਟੇ ਟੋਟੇ ਕੀਤੇ ਜਾ ਸਕਦੇ ਹਨ। ਉਹ ਹੈ ਨਾਮ ਜਪ ਜਾ। ਗੁਰੂ ਮਾਰਗ ਭਾਈ ਨਾਮ ਜਪੋ, ਕਿਉਂਕਿ ਨਾਮ ਜਪਣ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੁੰਦੇ ਨੇ। ਆਪਾਂ ਬਿਨਾਂ ਨਾਮ ਤੇ ਇਹਨੂੰ ਥੋੜ੍ਹਾ ਕੰਟਰੋਲ 'ਤੇ ਕਰ ਸਕਦੇ ਹਾਂ। ਇਹ ਖਤਮ ਨਹੀਂ ਹੁੰਦੇ। ਖਤਮ ਸਿਰਫ ਨਾਮ ਜਪ ਜਪ ਕੇ ਹੀ ਹੁੰਦੇ ਹਨ। ਇਸ ਲਈ ਕਹਿੰਦੇ ਇਹ ਕਾਮ ਕ੍ਰੋਧ ਦੇ ਨਾਲ ਸਰੀਰ ਭਰਿਆ ਹੋਇਆ ਹੈ। ਗੁਰੂ ਨੂੰ ਮਿਲ ਕੇ ਇਸ ਦੇ ਟੋਟੇ ਟੋਟੇ ਕਰ ਦਿਓ। ਖੰਡਲ ਖੰਡਾ ਹੈ।
ਪੂਰਬ ਲਿਖਤ ਲਿਖੇ ਗੁਰ ਪਾਇਆ। ਗੁਰੂ ਵੀ ਤਾਂ ਹੀ ਮਿਲਦਾ ਜੇ ਪਹਿਲਾਂ ਲਿਖਿਆ ਹੋਇਆ ਹੋਵੇ ਸਾਡੀ ਕਿਸਮਤ 'ਚ। ਪਿਛਲੇ ਕਰਮਾਂ ਕਾਰਨ ਜਿਹੜਾ ਸਾਡੇ ਮੱਥੇ 'ਤੇ ਲੇਖ ਲਿਖਿਆ ਹੈ ਨਾ, ਉਹਦੇ ਅਨੁਸਾਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਦੋਂ ਗੁਰੂ ਮਿਲਦਾ ਹੈ, ਮਨ ਹਰ ਲਿਵ ਮੰਡਲ ਮੰਡਾ ਹੈ। ਮੰਡਲ ਮੰਡਾ ਹੁੰਦਾ ਮਿਲ ਜਾਣਾ, ਜੁੜ ਜਾਣਾ। ਫਿਰ ਜਿਹੜਾ ਮਨ ਦੇ ਵਿੱਚ ਹਰੀ ਦੀ ਲਿਵ ਲੱਗ ਜਾਂਦੀ ਹੈ, ਹਰੀ ਦੀ ਲਿਵ ਲੱਗ ਜਾਂਦੀ ਹੈ। ਲਿਵ ਦਾ ਮਤਲਬ ਹੈ ਸਾਡਾ ਜਦੋਂ ਅਸੀਂ ਸਿਮਰਨ ਕਰਦੇ, ਬਾਣੀ ਪੜ੍ਹਦੇ ਹਾਂ, ਕਿਸੇ ਹੋਰ ਪਾਸੇ ਸਾਡਾ ਧਿਆਨ ਨਾ ਜਾਵੇ, ਇਹਦਾ ਮਤਲਬ ਫਲਾਣੇ ਦੀ ਬੰਦੇ ਲਿਵ ਲੱਗ ਗਈ ਹੈ। ਤਾਂ ਫਿਰ ਕੀ ਹੁੰਦਾ, ਪੂਰਵਲੇ ਕਰਮਾਂ ਕਾਰਨ ਲਿਖਤ ਅਨੁਸਾਰ ਫਿਰ ਜਿਹਨੂੰ ਗੁਰੂ ਮਿਲਦਾ ਹੈ, ਮਨ ਹਰ ਲਿਵ ਮੰਡਲ ਮੰਡਾ ਹੈ। ਮਨ ਹਰੀ ਦੇ ਨਾਲ ਲਿਵ ਲੱਗ ਜਾਂਦੀ ਬੰਦੇ ਦੀ ਲਿਵ ਜਿਹੜੀ ਹੈ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਅੰਜਲੀ ਹਿੰਦੀ ਦਾ ਸ਼ਬਦ ਹੈ, ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨਾ। ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨਾ ਕਹਿੰਦੇ ਅੰਜਲੀ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਪੁੰਨ ਪੱਪੇ ਦੀ ਟਿੱਪੀ ਲਾ ਕੇ ਬੋਲਣਾ। ਗੁਰੂ ਨੂੰ ਸਾਧੂ ਨੂੰ ਦੋਨੋਂ ਹੱਥ ਜੋੜ ਕੇ ਨਮਸਕਾਰ ਕਰੋ, ਇਹ ਵੱਡਾ ਪੁੰਨ ਹੈ। ਇਹਦਾ ਫਲ ਬਹੁਤ ਹੈ। ਹਲਕੇ ਫਲਾਣੇ ਪੁੰਨ ਕਰਮ ਕੀਤਾ ਜੀ। ਕੋਈ ਵੀ ਤੁਸੀਂ ਪੁੰਨ ਕਰਮ ਕਰਦੇ ਹੋ ਉਹਦਾ ਤੁਹਾਨੂੰ ਫਲ ਮਿਲਦਾ ਹੈ। ਇਸ ਲਈ ਗੁਰੂ ਨੂੰ ਸਾਧੂ ਨੂੰ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨਾ ਬਹੁਤ ਵੱਡਾ ਕਹਿੰਦੇ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਦਾ ਲੰਮੇ ਪੈ ਕੇ ਨਮਸਕਾਰ ਕਰਨਾ। ਕਈ ਲੋਕ ਜਿਹੜੇ ਮੈਂ ਦੇਖਿਆ ਕਾਲੀ ਦੇਵੀ ਦੇ ਮੰਦਰ ਨੂੰ ਉਹ ਤਿਉਹਾਰਾਂ 'ਚ ਜਾਂਦੇ ਨੇ। ਕਈ ਸੁੱਖ ਨਾਲ ਸੁੱਖ ਲੈਂਦੇ ਨੇ, ਸਾਡੇ ਪੁੱਤਰ ਹੋਵੇ ਜੀ, ਅਸੀਂ ਇੱਥੋਂ ਲੈ ਕੇ ਮੰਦਰ ਤੱਕ ਡੰਡੌਤ ਕਰਦੇ ਜਾਵਾਂਗੇ। ਉਹ ਫਿਰ ਜਿੱਥੋਂ ਤੋਂ ਲੈ ਕੇ ਜਿੱਥੋਂ ਤੱਕ ਸੁਖਣਾ ਸੁਖੀ ਹੁੰਦੀ ਹੈ, ਜਦੋਂ ਸੁਖਣਾ ਪੂਰੀ ਹੋ ਜਾਂਦੀ ਹੈ, ਫਿਰ ਉਹ ਪਹਿਲਾਂ ਧਰਤੀ 'ਤੇ ਲੇਟ ਜਾਂਦੇ ਨੇ। ਲੇਟ ਕੇ ਅੱਗੇ ਨੂੰ ਆਪਣਾ ਸੱਜਾ ਹੱਥ ਵਧਾਉਂਦੇ ਨੇ, ਉੱਥੇ ਉਂਗਲੀ ਨਾਲ ਲਾਈਨ ਲਾ ਲੈਂਦੇ ਨੇ, ਫਿਰ ਖੜ੍ਹੇ ਹੋ ਜਾਂਦੇ ਨੇ। ਫਿਰ ਇੱਥੇ ਲਾਈਨ ਲਾਈ ਸੀ ਉੱਥੇ ਪੈਰ ਰੱਖ ਲੈਂਦੇ ਨੇ, ਫਿਰ ਧਰਤੀ 'ਤੇ ਲੇਟ ਕੇ ਨਮਸਕਾਰ ਕਰਦੇ ਨੇ, ਫਿਰ ਹੱਥ ਨਾਲ ਨਿਸ਼ਾਨੀ ਲਾ ਲੈਂਦੇ ਨੇ। ਇਸ ਤਰ੍ਹਾਂ ਡੰਡੌਤ ਕਰਦੇ ਕਰਦੇ ਜਾਂਦੇ ਹਨ। ਲੰਮੇ ਪੈ ਕੇ ਨਮਸਕਾਰ ਕਰਨਾ, ਮੱਥਾ ਟੇਕਣਾ, ਉਹਨੂੰ ਕਹਿੰਦੇ ਡੰਡੌਤ। ਕਰ ਡੰਡੌਤ ਪੁੰਨ ਵੱਡਾ ਹੈ। ਸੋ ਭਾਈ ਕਹਿੰਦੇ ਗੁਰੂ ਨੂੰ ਸਾਧੂ ਨੂੰ ਡੰਡੌਤ ਕਰ, ਇਹ ਵੀ ਵੱਡਾ ਪੁੰਨ ਹੈ। ਸਿੱਖ ਧਰਮ 'ਚ ਡੰਡੌਤ ਦਾ ਰਿਵਾਜ਼ ਘੱਟ ਹੈ। ਕਿਉਂ? ਮੰਨ ਲਓ ਤੁਸੀਂ ਬੈਠੇ ਹੋ, ਕਥਾ ਵਾਰਤਾ ਚੱਲ ਰਹੀ ਹੈ, ਇੱਕ ਬੰਦਾ ਆਉਂਦਾ ਇੱਥੇ ਡੰਡੌਤ ਕਰਦਾ, ਮੈਂ ਦੇਖਿਆ ਸੰਗਤ ਉਹਦੇ ਵੱਲ ਵੇਖਣ ਲੱਗ ਜਾਏਗੀ। ਉਹ ਉਂਝ ਮੱਥਾ ਟੇਕ ਰਿਹਾ, ਗੋਡੇ ਟੇਕ ਕੇ, ਉਹਦੇ ਵੱਲ ਇੰਨਾ ਸੰਗਤ ਨਹੀਂ ਵੇਖੇਗੀ। ਜੇ ਉਹ ਡੰਡੌਤ ਕਰਦਾ, ਸਾਰਿਆਂ ਦਾ ਧਿਆਨ ਉਧਰ ਨੂੰ ਹੋ ਜਾਏਗਾ। ਸੋ ਇਸ ਲਈ ਸਿੱਖ ਧਰਮ ਦੇ ਵਿੱਚ ਜੋ ਸੰਗਤ 'ਚ ਆਉਣਾ ਹੈ, ਬਸ ਮੱਥਾ ਹੀ ਟੇਕਣਾ, ਗੋਡੇ ਟੇਕ ਕੇ ਮੱਥਾ ਟੇਕਣਾ। ਉਹ ਵੀ ਤਾਂ ਜੇ ਗੋਡੇ ਕੰਮ ਕਰਨ। ਜੇ ਉਹੀ ਨਹੀਂ ਕੰਮ ਕਰਦੇ, ਫਿਰ ਭਾਈ ਝੁੱਕ ਨਮਸਕਾਰ ਕਰ ਦਿਓ, ਗੁਰੂ ਮਹਾਰਾਜ ਜਾਣੀ ਜਾਣ। ਜਾਣ ਬੁੱਝ ਕੇ ਗੋਡੇ ਨਾ ਟੇਕਣਾ ਉਹ ਹੋਰ ਗੱਲ ਹੁੰਦੀ ਹੈ, ਮਜਬੂਰੀ ਹੈ ਨਹੀਂ ਟੇਕ ਹੁੰਦੇ, ਉਹ ਹੋਰ ਗੱਲ ਹੁੰਦੀ ਹੈ। ਜਿਵੇਂ ਮੰਨ ਲਓ ਇੱਕ ਬੰਦਾ ਹਰ ਸਾਲ ਜਾਂਦਾ ਹੈ ਇਹ ਸਭਾ 'ਤੇ, 27 ਤਰੀਕ ਨੂੰ ਜਿੱਦੇ ਸਮਾਪਤੀ ਸਾਰੀ ਹੁੰਦੀ। ਫਰਜ਼ ਕਰੋ ਇੱਕ ਬੰਦੇ ਨੂੰ 15-20 ਸਾਲ ਹੋ ਗਏ ਜਾਂਦਿਆਂ ਹੋਏ, ਕਿਸੇ ਸਾਲ ਉਹਨੂੰ ਕੋਈ ਸੱਟ ਵੱਜ ਬੈਠੀ ਜਾਂ ਕੋਈ ਬਹੁਤ ਜ਼ਰੂਰੀ ਕੰਮ ਆ ਗਿਆ, ਉਹ ਨਹੀਂ ਜਾ ਸਕਿਆ। ਧਿਆਨ ਦੇਣਾ, ਇੱਛਾ ਉਹਦੀ ਹੈ ਜਾਣ ਦੀ। ਉਹ ਘਰ ਬੈਠਾ ਹੀ ਧਿਆਨ ਧਰੇ ਫਤਿਹਗੜ੍ਹ ਸਾਹਿਬ ਦਾ ਜੋਤੀ ਸਰੂਪ ਦਾ। ਉਹ ਜਦੋਂ ਧਿਆਨ ਧਰੇਗਾ, ਉਹਦੀ ਹਾਜ਼ਰੀ ਘਰ ਬੈਠੇ ਹੀ ਉੱਥੇ ਲੱਗ ਜਾਵੇਗੀ। ਕਿਉਂ? ਗੁਰੂ ਮਹਾਰਾਜ ਨੂੰ ਪਤਾ ਹੈ ਕਿ ਕਈ ਸਾਲਾਂ ਤੋਂ ਆ ਰਿਹਾ ਸੀ, ਐਤਕੀ ਇਸ ਮਜਬੂਰੀ ਕਾਰਨ ਨਹੀਂ ਆ ਰਿਹਾ, ਉਹ ਘਰੋਂ ਹੀ ਉਹਦੀ ਹਾਜ਼ਰੀ ਮਨਜ਼ੂਰ ਹੋ ਜਾਂਦੀ ਹੈ। ਅਤੇ ਇੱਕ ਮੇਰੇ ਵਰਗਾ ਉੱਥੇ ਗਿਆ ਹੈ ਅਤੇ ਉਹ ਘਰ ਬਾਰੇ ਹੀ ਸੋਚੀ ਜਾਂਦਾ, ਉੱਥੇ ਗਿਆ ਹੋਇਆ ਵੀ ਉਹਦੀ ਹਾਜ਼ਰੀ ਨਹੀਂ ਲੱਗਦੀ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹੇ ਹਦੂਰ।
ਮਨ ਦੀ ਹਾਜ਼ਰੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਸਰੀਰਕ ਹਾਜ਼ਰੀ ਨਾਲ। ਹਾਂ, ਸਰੀਰਕ ਕੰਮ ਕਰ ਰਿਹਾ, ਜਾਓ ਗੁਰਦੁਆਰਾ ਸਾਹਿਬ ਜ਼ਰੂਰ ਜਾਓ। ਕਿਸੇ ਕਾਰਨ ਆਪਾਂ ਨਹੀਂ ਜਾ ਸਕਦੇ ਤਾਂ ਘਰ ਬੈਠੇ ਮੰਨ ਲਓ ਦੁੱਖ ਨਿਵਾਰਨ ਸਾਹਿਬ ਤੋਂ ਦੇਖਿਆ ਹੋਇਆ, ਜਦ ਦੇਖਿਆ ਹੋਇਆ ਤਾਂ ਆਪਾਂ ਜਦ ਧਿਆਨ ਧਰਾਂਗੇ ਆ ਜਾਏਗਾ ਵੀ ਇੱਧਰੋਂ ਜਾ ਰਹੇ ਹਾਂ ਜੀ ਆਪਾਂ ਬੱਸ ਸਟੈਂਡ, ਜਿਹੜਾ ਸਕੂਟਰ ਸਟੈਂਡ, ਜਿਹੜਾ ਉਹਨਾਂ ਦਾ ਸਟੈਂਡ ਹੈ, ਅੱਗੇ ਗਏ ਜੀ, ਅੱਗੇ ਆ ਦੇਗ ਵਾਲੇ ਨੇ ਜੀ, ਦੇ ਰਹੇ ਨੇ, ਅੱਗੇ ਗਏ ਆ ਗੇਟ ਹੈ, ਇਹ ਖੇਲ ਬਣੀ ਹੋਈ ਹੈ, ਪੈਰ ਧੋ ਰਹੇ ਹਾਂ, ਅੱਗੇ ਗਏ ਰਾਹ ਹੈ, ਉਦੋਂ ਅੱਗੇ ਗਏ ਬਾਹਰਲਾ ਦਰਵਾਜ਼ਾ ਗੁਰਦੁਆਰਾ ਦਾ ਆ ਗਿਆ, ਫਿਰ ਆਪਾਂ ਅੰਦਰ ਐਂਟਰ ਕੀਤਾ ਹੈ, ਅੱਗੇ ਜਿਹੜਾ ਹੈ ਗੋਲਕ ਦਿਸ ਰਹੀ ਹੈ, ਉੱਥੇ ਖਲੋ ਕੇ ਤੁਸੀਂ ਅਰਦਾਸ ਕੀਤੀ ਹੈ, ਮੱਥਾ ਟੇਕਿਆ, ਫਿਰ ਤੁਸੀਂ ਵਾਪਸ ਆ ਕੇ ਇਸ ਤਰ੍ਹਾਂ ਮਾਨਸਿਕ ਤੌਰ 'ਤੇ ਵੀ ਬੰਦੇ ਦੀ ਹਾਜ਼ਰੀ ਲੱਗ ਜਾਂਦੀ ਹੈ। ਸੋ ਜੇ ਜਾ ਸਕੀਏ ਤਾਂ ਫਿਰ ਬਹੁਤ ਚੰਗੀ ਗੱਲ ਹੈ, ਜਾਣਾ ਚਾਹੀਦਾ ਹੈ। ਇਸੇ ਕਰਕੇ ਕਰ ਡੰਡੌਤ ਪੁੰਨ ਵੱਡਾ ਹੈ। ਭਾਈ ਗੁਰੂ ਨੂੰ ਡੰਡੌਤ ਕਰੋ, ਸਾਧੂ ਨੂੰ ਡੰਡੌਤ ਕਰੋ, ਇਹ ਵੱਡਾ ਪੁੰਨ ਹੈ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਸਾਖਤ ਦੇ ਦੋ ਅਰਥ ਨੇ, ਇੱਕ ਹੁੰਦਾ ਮਾਇਆ ਧਾਰੀ, ਦੂਜਾ ਹੁੰਦਾ ਨਾਸਤਕ। ਕਈ ਮਾਇਆ ਧਾਰੀ ਵੀ ਮੈਂ ਦੇਖਿਆ ਧਾਰਮਿਕ ਹੁੰਦੇ ਨੇ, ਬੜੇ ਬੜੇ ਅਮੀਰ ਲੋਕ ਨੇ, ਉਹ ਧਾਰਮਿਕ ਹੁੰਦੇ ਨੇ, ਪਰ ਜਿਹੜਾ ਨਾਸਤਕ ਹੈ ਉਹ ਧਾਰਮਿਕ ਨਹੀਂ ਹੁੰਦਾ। ਇੱਥੇ ਨਾਸਤਕ ਤੋਂ ਮਤਲਬ ਹੈ ਸਾਖਤ ਹਰ ਰਸ ਸਾਧ ਨਾ ਜਾਣੇ। ਜਿਹੜਾ ਨਾਸਤਕ ਹੁੰਦਾ ਹੈ ਹਰੀ ਦੇ ਰਸ, ਨਾਮ ਰਸ ਦਾ ਸਵਾਦ ਨਹੀਂ ਜਾਣਦਾ। ਸਾਧ ਮਨੇ ਸਵਾਦ। ਜਿਹੜਾ ਨਾਸਤਕ ਹੈ ਨਾ ਉਹ ਨਾਮ ਜਪੇ, ਨਾ ਉਹਨੂੰ ਨਾਮ ਰਸ ਦਾ ਪਤਾ ਲੱਗਦਾ ਕੋਈ। ਇਸ ਲਈ ਸਾਖਤ ਨੂੰ ਨਾਮ ਰਸ ਦਾ ਸਵਾਦ ਹੀ ਨਹੀਂ ਆਉਂਦਾ। ਤਿੰਨ ਅੰਤਰ ਹਉਮੈ ਕੰਡਾ ਹੈ। ਕਿਉਂ ਨਹੀਂ ਸਵਾਦ ਆਉਂਦਾ? ਕਿਉਂਕਿ ਉਹਨਾਂ ਦੇ ਅੰਦਰ ਹਉਮੈ ਰੂਪੀ ਕੰਡਾ ਹੈ, ਅੰਦਰ ਹਉਮੈ ਹੈ। ਇਸ ਕਰਕੇ ਨਾਮ ਹੀ ਨਹੀਂ ਜਪਦਾ। ਉਹਨੂੰ ਮਾਇਆ ਦੀ ਹਉਮੈ ਹੋ ਸਕਦੀ ਹੈ, ਉਸ ਨੂੰ ਕਿਸੇ ਪਦਵੀ ਦੀ ਹਉਮੈ ਹੋ ਸਕਦੀ ਹੈ, ਉਸ ਨੂੰ ਕਿ ਰਾਜ ਭਾਗ ਦੀ ਹਉਮੈ ਹੋ ਸਕਦੀ ਹੈ। ਇਸ ਕਰਕੇ ਉਹਦੇ ਅੰਦਰ ਹਉਮੈ ਰੂਪੀ ਕੰਡਾ ਹੁੰਦਾ ਹੈ। ਇਸ ਲਈ ਉਹ ਨਾਮ ਨਹੀਂ ਜਪਦਾ, ਉਹਨੂੰ ਨਾਮ ਰਸ ਨਹੀਂ ਆਉਂਦਾ। ਜਿਉਂ-ਜਿਉਂ ਚੱਲੇ ਚੁਭੇ ਦੁੱਖ ਪਾਵੇਂ। ਜਿਉਂ ਜੇ ਨਾਸਤਕ ਲੋਕ ਤੁਰਦੇ ਹਨ, ਭਾਵ ਜੀਵਨ ਬਤੀਤ ਕਰਦੇ ਨੇ, ਉਹ ਹਉਮੈ ਦਾ ਕੰਡਾ ਇਹਨਾਂ ਨੂੰ ਚੁਭਦਾ, ਭਾਵ ਹਉਮੈ ਵੱਧਦੀ ਹੈ। ਹਉਮੈ ਦਾ ਆਪਣੇ ਆਪ ਹੀ ਇੱਕ ਦੁੱਖ ਹੈ। ਹਉਮੈ ਦਾ ਮਾਰਿਆ ਬੰਦਾ ਦੁਖੀ ਰਹਿੰਦਾ ਹੈ, ਨਿਮਰਤਾ ਵਾਲਾ ਬੰਦਾ ਸੁਖੀ ਰਹਿੰਦਾ ਹੈ। ਸੋ ਹਉਮੈ ਇੱਕ ਕੰਡੇ ਦੀ ਨਿਆਈ ਹੈ। ਜਿਉਂ-ਜਿਉਂ ਮਨੁੱਖ ਜੀਵਨ ਬਤੀਤ ਕਰਦਾ ਚੱਲਦਾ ਚੁਭੇ, ਉਹ ਹਉਮੈ ਰੂਪੀ ਕੰਡਾ ਨੂੰ ਚੁਭਦਾ ਹੈ, ਦੁੱਖ ਪਾਵੇਂ। ਫਿਰ ਨਾਸਤਿਕ ਬੰਦੇ ਦੁੱਖ ਪਾਉਂਦੇ ਹਨ। ਜਮ ਕਾਲ ਸਹੈ ਸਿਰ ਡੰਡਾ ਹੈ। ਜਮ ਕਾਲ ਦਾ ਮੌਤ ਦਾ ਜਮ, ਅਤੇ ਮੌਤ ਦੇ ਜਮਾਂ ਦੇ ਡੰਡੇ ਜਿਹੜੇ ਨੇ ਉਹ ਸਿਰ 'ਤੇ ਸਹਿੰਦਾ ਹੈ। ਕਿਉਂ? ਨਾਮ ਜਪਿਆ ਨਹੀਂ, ਮਾੜੇ ਕੰਮ ਕੀਤੇ, ਹੰਕਾਰ ਕੀਤਾ, ਫਿਰ ਜਮਦੂਤ ਜਿਹੜੇ ਆ ਕੇ ਕੁੱਟਦੇ ਨੇ ਵੀ ਤੈਨੂੰ ਪਰਮਾਤਮਾ ਨੇ ਭੇਜਿਆ ਸੀ ਨਾਮ ਧਨ ਇਕੱਠਾ ਕਰਨ ਲਈ, ਤੂੰ ਇਹ ਸੰਸਾਰਿਕ ਧਨ ਇਕੱਠਾ ਕਰਨ ਲੱਗ ਪੈਂਦੇ, ਫਿਰ ਹੰਕਾਰ ਕਰਦਾ ਹੈ, ਇਸ ਲਈ ਉਹਨੂੰ ਕੁੱਟ ਪੈਂਦੀ। ਫਿਰ ਜਮਦੂਤਾਂ ਦੇ ਡੰਡੇ ਸਿਰ 'ਤੇ ਸਹਿੰਦਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹਰ ਜਨ ਪਰਮਾਤਮਾ ਜਿਹੜੇ ਭਗਤ ਨੇ, ਹਰ ਹਰ ਨਾਮ ਸਮਾਣੇ, ਉਹ ਹਰੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦੇ ਹਨ। ਨਾਮ ਜਪਦੇ ਜਪਦੇ ਨਾਮ ਦੇ ਵਿੱਚ, ਭਾਵ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਨਾਮ ਅਤੇ ਨਾਮੀ 'ਚ ਕੋਈ ਫਰਕ ਨਹੀਂ ਹੁੰਦਾ। ਨਾਮ 'ਚ ਲੀਨ ਹੋ ਗਏ ਕਿ ਉਸ ਨਾਮੀ 'ਚ ਲੀਨ ਹੋ ਗਏ, ਇੱਕੋ ਹੀ ਗੱਲ ਹੈ। ਹਰੀ ਦੇ ਜਿਹੜੇ ਜਨ ਨੇ, ਹਰੀ ਦੇ ਜਿਹੜੇ ਭਗਤ ਨੇ, ਉਹ ਹਰੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦੇ ਨੇ, ਸਮਾ ਜਾਂਦੇ ਹਨ। ਦੁੱਖ ਜਨਮ ਮਰਨ ਭਵ ਖੰਡਾ ਹੈ। ਖੰਡਾ ਹੁੰਦਾ ਟੁੱਟ ਜਾਣਾ, ਖਤਮ ਹੋ ਜਾਣਾ। ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਦੁੱਖ ਹੈ, ਭਾਵ ਹੁੰਦਾ ਡਰ, ਅਤੇ ਜੰਮਣ ਮਰਨ ਜਿਹੜਾ ਡਰ ਹੈ ਖੰਡਾ ਹੈ, ਉਹ ਖਤਮ ਹੋ ਜਾਂਦਾ ਹੈ। ਜੰਮਣ ਮਰਨ ਦਾ ਉਹਨੂੰ ਡਰ ਹੀ ਨਹੀਂ ਰਹਿੰਦਾ। ਜੰਮਣ ਮਰਨ ਹੀ ਖਤਮ ਹੋ ਜਾਂਦਾ, ਡਰ ਆਪੇ ਖਤਮ ਹੋ ਗਿਆ, ਦੁੱਖ ਆਪੇ ਖਤਮ ਹੋ ਗਿਆ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ,
ਬਹੁਤ ਸੋਭ ਖੰਡ ਬ੍ਰਹਮੰਡਾਂ ਹੈ। ਖਿਆਲ ਕਰਨਾ, ਬ੍ਰਹਮੰਡਾ ਨਹੀਂ ਪੜ੍ਹਨਾ। ਇਹ 99.99% ਪਾਠੀ ਇਸ ਨੂੰ ਬ੍ਰਹਮੰਡਾ ਪੜ੍ਹਦੇ ਨੇ। ਨਹੀਂ, ਉਹਦੀ ਸੋਭਾ ਖੰਡਾਂ ਬ੍ਰਹਮੰਡਾਂ 'ਚ ਹੁੰਦੀ ਹੈ। ਅਭਾਵ ਹੈ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ। ਇਹ ਜਿਹੜੇ ਹਰ ਦੇ ਜਨ ਨੇ, ਪਰਮਾਤਮਾ ਦੇ ਭਗਤ ਨੇ, ਉਹਨਾਂ ਨੂੰ ਸਦਾ ਰਹਿਣ ਵਾਲਾ ਪਰਮਾਤਮਾ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਬਹੁਤ ਸੋਭ ਖੰਡ ਬ੍ਰਹਮੰਡਾਂ ਹੈ, ਅਤੇ ਉਹਦੀ ਖੰਡਾਂ ਬ੍ਰਹਮੰਡਾਂ 'ਚ ਬੜੀ ਸੋਭਾ ਹੁੰਦੀ ਹੈ। ਕਿਉਂਕਿ ਜਿਸ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ, ਉਹਦੀ ਫਿਰ ਸੋਭਾ ਦੂਰ ਦੂਰ ਤੱਕ ਫੈਲ ਜਾਂਦੀ ਹੈ ਅਤੇ ਯੁੱਗਾਂ ਤੱਕ ਰਹਿੰਦੀ ਹੈ। ਇਹ ਨਹੀਂ ਅੱਜ ਹੀ ਹੈ, ਉਹਦੀ ਸੋਭਾ ਯੁੱਗਾਂ ਤੱਕ ਰਹਿੰਦੀ ਹੈ। ਅਤੇ ਪੰਚਮ ਪਾਤਸ਼ਾਹ ਨੇ ਦੇਖੋ 2 ਜਵਾਕਾਂ ਦਾ ਵਰਣਨ ਕੀਤਾ। ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਅਤੇ ਪ੍ਰਹਿਲਾਦ ਦੋਨੋਂ ਸਤਯੁਗ 'ਚ ਹੋਏ। ਪੰਚਮ ਪਾਤਸ਼ਾਹ ਜਿਵੇਂ ਉਹਨਾਂ ਨੇ ਕਹਿੰਦੇ ਨਾਮ ਜਪਿਆ ਨਾ, ਐਂ ਕਹਿੰਦੇ ਨਾਮ ਜਪੋ। ਔਰ ਜਿਨ੍ਹਾਂ ਦੇ ਨਾਮ ਬਾਣੀ ਜਾ ਕੇ ਹੁਣ ਉਹਨਾਂ ਸਦਾ ਹੀ ਰਹਿਣਾ ਬਸ। ਇਸ ਲਈ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਦੂਰ ਦੂਰ ਤੱਕ ਉਹਨਾਂ ਦੀ ਵਡਿਆਈ ਹੁੰਦੀ ਹੈ, ਸੋਭਾ ਹੁੰਦੀ, ਖੰਡਾਂ ਬ੍ਰਹਮੰਡਾਂ 'ਚ ਸੋਭਾ ਹੁੰਦੀ ਹੈ। ਸੋ ਕਿ ਜਦੋਂ ਰਾਤੀ ਕਰੋ ਸੋਲੇ ਸਦਾ ਪੜ੍ਹ ਖਿਆਲ ਰੱਖਿਓ, ਜਦੋਂ ਇੱਥੇ ਪਹੁੰਚੋਗੇ ਨਾ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਮੰਡਾਂ ਹੀ ਯਾਦ ਰੱਖਣਾ। ਕਿਉਂਕਿ ਬ੍ਰਹਮੰਡਾ ਪੜ੍ਹ ਕੇ ਉਹ ਪੱਕ ਗਿਆ। ਅਤੇ ਜੇ ਇੱਕ ਗੱਲ ਪੱਕ ਜੇ ਨਾ, ਉਹਨੂੰ ਜਿਹੜਾ ਬਦਲਦੇ ਟਾਈਮ ਲੱਗਦਾ, ਸਾਵਧਾਨ ਹੋਣਾ ਪੈਣਾ ਉਦੋਂ। ਬ੍ਰਹਮੰਡਾਂ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹੇ ਪਰਮਾਤਮਾ, ਅਸੀਂ ਤਾਂ ਗਰੀਬ ਹਾਂ, ਮਸਕੀਨ ਹੁੰਦਾ ਨਿਮਾਣੇ ਨਿਤਾਣੇ ਹਾਂ। ਹੇ ਪਰਮਾਤਮਾ, ਅਸੀਂ ਤੇਰੇ ਗਰੀਬ ਬੰਦੇ ਹਾਂ, ਨਿਮਾਣੇ ਨਿਤਾਣੇ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਵੱਡ ਵੱਡਾ ਹੈ। ਹੇ ਪਰਮਾਤਮਾ, ਤੂੰ ਬਹੁਤ ਵੱਡਾ ਹੈ, ਤੂੰ ਵੱਡਿਆਂ ਤੋਂ ਵੱਡਾ ਹੈ, ਤੂੰ ਸਾਡੀ ਰੱਖਿਆ ਕਰ। ਰਾਖ ਖੱਖੇ ਨੂੰ ਕੜਾ ਵੀ ਰਾਖੋ, ਰਾਖੋ, ਜਿਵੇਂ ਆਪਾਂ ਕਹਿੰਦੇ ਰੱਖਿਆ ਕਰੋ, ਰੱਖਿਆ ਕਰੋ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਜਿਹੜੇ ਗੁਰੂ ਮਹਾਰਾਜ ਕਹਿੰਦੇ ਜਨ ਨਾਨਕ, ਦਾਸ ਨਾਨਕ ਨੂੰ ਨਾਮ ਦਾ ਹੀ ਆਸਰਾ, ਨਾਮ ਦਾ ਹੀ ਟੇਕ ਹੈ। ਕਹਿੰਦੇ ਗੁਰੂ ਮਹਾਰਾਜ ਕਹਿੰਦੇ ਸਾਨੂੰ ਤਾਂ ਜਿਹੜਾ ਪਰਮਾਤਮਾ ਦਾ ਜਨ ਹੁੰਦਾ, ਉਹਨੂੰ ਨਾਮ ਦਾ ਆਧਾਰ ਹੈ, ਉਹਨੂੰ ਨਾਮ ਦਾ ਹੀ ਓਟ ਆਸਰਾ ਹੈ। ਹਰ ਨਾਮੇ ਹੀ ਸੁਖ ਮੰਡਾ ਹੈ, ਅਤੇ ਹਰੀ ਦੇ ਨਾਮ ਰਾਹੀਂ ਹੀ ਉਹਨੂੰ ਸੁਖ ਮਿਲਦਾ ਹੈ, ਮਿਲਦਾ ਹੈ। ਹਰੀ ਦੇ ਨਾਮ ਰਾਹੀਂ ਹੀ ਉਹਨੂੰ ਸੁਖ ਮਿਲਦਾ ਹੈ। ਇਹ ਮਨੁੱਖ ਸੁਖੀ ਤੇ ਹੋਣਾ ਚਾਹੁੰਦਾ ਹੈ, ਸੁਖੀ ਹੋਣ ਲਈ ਬੜੇ ਪਾਪੜ ਵੇਲਦਾ ਹੈ, ਪਰ ਇਹਨੂੰ ਪਤਾ ਨਹੀਂ ਵੀ ਤੂੰ ਸੁਖੀ ਹੋਣਾ ਕਿਵੇਂ ਹੈ। ਤੂੰ ਹੋਣਾ ਕਿਵੇਂ? 3 ਬੁਰਾਈਆਂ ਛੱਡਣੀਆਂ ਪੈਣਗੀਆਂ ਅਤੇ ਨਾਮ ਜਪਣਾ ਪਏਗਾ, ਤੁਸੀਂ ਸੁਖੀ ਹੋ ਜਾਓਗੇ। ਜੇ 3 ਬੁਰਾਈਆਂ ਨਹੀਂ ਛੱਡਦੇ ਤਾਂ ਵੀ ਦੁਖੀ ਰਹੋਗੇ, ਜੇ ਨਾਮ ਨਹੀਂ ਜਪਦੇ ਤਾਂ ਵੀ ਦੁਖੀ ਰਹੋਗੇ। ਕਈ ਬੰਦੇ ਬੁਰਾਈ ਕੋਈ ਨਹੀਂ ਕਰਦੇ ਪਰ ਫਿਰ ਵੀ ਦੁਖੀ ਨੇ, ਕਿਉਂਕਿ ਨਾਮ ਨਹੀਂ ਜਪਦੇ। ਕਈ ਲੋਕ ਨਾਮ ਜਪਦੇ ਨੇ ਫਿਰ ਵੀ ਦੁਖੀ, ਕਿਉਂਕਿ ਬੁਰਾਈਆਂ ਨਹੀਂ ਛੱਡਦੇ। 3 ਬੁਰਾਈਆਂ ਛੱਡਣ ਤੋਂ ਬਾਅਦ ਨਾਮ ਜਪਣਾ। ਪਹਿਲੀ ਬੁਰਾਈ ਹੈ ਹਰਾਮ ਦੀ ਕਮਾਈ, ਦੂਜੀ ਬੁਰਾਈ ਹੈ ਨਸ਼ੇ ਕਰਨਾ, ਤੀਜੀ ਬੁਰਾਈ ਹੈ ਬਦਫੈਲੀ ਕਰਨਾ। ਜਦੋਂ ਮਨੁੱਖ ਇਹ 3 ਬੁਰਾਈਆਂ ਛੱਡ ਦੇ, ਉਸ ਤੋਂ ਬਾਅਦ ਬਾਣੀ ਪੜ੍ਹੇ, ਨਾਮ ਜਪੇ, ਸੁਖੀ ਹੋ ਜਾਏਗਾ। ਇਹ ਸੁਖੀ ਹੋ ਜਾਏਗਾ, ਨਹੀਂ ਤਾਂ ਦੁਖੀ ਰਹੇਗਾ। ਅਗਰ 3 'ਚ ਇੱਕ ਵੀ ਬੁਰਾਈ ਹੈ, ਸੁਖੀ ਨਹੀਂ ਹੋ ਸਕਦਾ। ਜੇ 3 ਬੁਰਾਈਆਂ ਨਹੀਂ ਪਰ ਨਾਮ ਨਹੀਂ ਜਪਦਾ ਤਾਂ ਵੀ ਦੁਖੀ ਰਹੇਗਾ। ਇਹ ਦੋਨੋਂ ਕੰਮ ਕਰਨੇ ਪੈਣਗੇ। ਗੁਰੂ ਮਹਾਰਾਜ ਦਾ ਪਹਿਲਾ ਕੰਮ ਸੀ, ਕਿਉਂਕਿ ਗੁਰੂ ਨਾਨਕ ਦੇ ਲਿਖਿਆ ਹੈ ਵੀ ਜਿਹੜਾ ਪਰਮਾਤਮਾ ਹੈ ਇਹ ਬੜਾ ਸਿਆਣਾ ਕਿਰਸਾਨ ਹੈ। ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ। ਇਹ ਪਹਿਲਾਂ ਮਨ ਰੂਪੀ ਧਰਤੀ ਨੂੰ ਸਾਫ਼ ਕਰਦਾ, ਫਿਰ ਨਾਮ ਦਾ ਦਾਣਾ ਬੀਜਦਾ ਹੈ। ਜਿਹੜਾ ਵੀ ਗੁਰੂ ਮਹਾਰਾਜ ਕੋਲੇ ਆਇਆ ਜਾਂ ਜਿਸ ਕੋਲੇ ਵੀ ਸਾਡੇ ਗੁਰੂ ਮਹਾਰਾਜ ਗਏ, ਪਹਿਲਾਂ ਉਹਦੀ ਬੁਰਾਈ ਛਡਾਈ,
ਉਹਦੇ ਮਨ ਰੂਪੀ ਧਰਤੀ ਸਾਫ਼ ਕੀਤੀ, ਫਿਰ ਨਾਮ ਦਾ ਬੀਜ ਬੀਜਿਆ, ਤਾਂ ਹੀ ਉੱਗੇਗਾ ਨਾ। ਜੇ ਧਰਤੀ ਵੀ ਸਾਫ਼ ਨਹੀਂ ਤਾਂ ਬੀਜ ਨੇ ਕੀ ਉਗਣਾ ਹੈ? ਜੇ ਉੱਗ ਵੀ ਪਏਗਾ ਤਾਂ ਚੱਜਦਾ ਨਹੀਂ ਹੋਏਗਾ। ਬੁਰਾਈਆਂ ਛੱਡ ਕੇ ਨਾਮ ਜਪਣਾ, ਬਾਣੀ ਪੜ੍ਹਨੀ। ਅਗਰ ਬੁਰਾਈਆਂ ਵੀ ਨੇ ਤਾਂ ਨਾਮ ਵੀ ਜਪਿਆ ਜਰੇ, ਐਵੇਂ ਜ਼ਿੰਦਗੀ ਸਾਰੀ ਖਰਾਬ ਕਰ ਲੈਣੀ, ਗੱਲ ਨਾ ਕੋਈ ਬਾਤ ਨਾ, ਪ੍ਰਾਪਤੀ ਤਾਂ ਕੋਈ ਹੋਣੀ ਨਹੀਂ, ਜੈਸੇ ਥੇ ਹੀ ਰਹਿ ਜਾਣਾ ਹੈ। ਜੇ ਹੋ ਜੇ ਭਜਨ ਬੰਦਗੀ ਕਰਨ ਲੱਗੇ, ਮਰਨ ਤੱਕ ਵੀ ਉਹੇ ਜਿਹੀ ਰਹਿ ਜਾਣਾ, ਕੋਈ ਚੇਂਜ ਨਹੀਂ ਹੋਣੀ, ਕੋਈ ਆਤਮਿਕ ਤਰੱਕੀ ਨਹੀਂ ਹੋਣੀ। ਬੁਰਾਈਆਂ ਛੱਡ ਕੇ ਫਿਰ ਭਜਨ ਬੰਦਗੀ ਵਾਲੇ ਪਾਸੇ ਲੱਗਣਾ। ਇਹ ਤਿੰਨ ਵੱਡੀਆਂ ਬੁਰਾਈਆਂ ਧਰਮ 'ਚ ਗਿਣੀਆਂ ਗਈਆਂ ਨੇ। ਹਰਾਮ ਦੀ ਕਮਾਈ, ਕਿਉਂਕਿ ਗੁਰੂ ਮਹਾਰਾਜ ਕਹਿੰਦੇ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਜਦੋਂ ਬੰਦਾ ਹਰਾਮ ਦੀ ਕਮਾਈ ਨਹੀਂ ਖਾਂਦਾ, ਉਦੋਂ ਗੁਰੂ ਮਹਾਰਾਜ ਉਹਦੀ ਸਹਾਇਤਾ ਕਰਦੇ ਨੇ। ਜਿਹੜਾ ਹਰਾਮ ਦੀ ਕਮਾਈ ਖਾ ਰਿਹਾ, ਫੜਿਆ ਗਿਆ, ਫੜਿਆ ਜਾਵੇ। ਮੈਂ ਤਾਂ ਨਹੀਂ ਸਿੱਧੇ ਨੂੰ ਕਿਹਾ, ਸਿੱਧਾ ਜਿਹਾ ਹਿਸਾਬ ਹੈ। ਇੱਕ ਹੈ ਨਰਕ, ਇੱਕ ਹੈ ਸਵਰਗ। ਧਿਆਨ ਨਾਲ ਸੁਣ ਲਓ। ਜੇ ਤਾਂ ਤੁਸੀਂ ਨਰਕੀ ਜੀਵਨ ਜਿਉਣਾ, ਠੀਕ ਹੈ, ਫਿਰ ਗੁਰਬਾਣੀ ਦੇ ਵਿਰੁੱਧ ਜੀਵਨ ਜਿਵੇਂ ਜਾਓ। ਜੇ ਤੁਸੀਂ ਸਵਰਗੀ ਜੀਵਨ ਜਿਉਣਾ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਕਰ ਲਓ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਕਰ ਲਓ। ਇੱਥੇ ਹੀ ਸਵਰਗ ਹੈ। ਗੁਰਬਾਣੀ ਦੀ ਨਹੀਂ ਮੰਨੋ, ਇੱਥੇ ਹੀ ਨਰਕ ਹੈ। ਅਤੇ ਤੁਹਾਡੇ ਸਾਹਮਣੇ ਲੋਕ ਭੋਗ ਰਹੇ ਨੇ, ਤੁਹਾਡੇ ਸਾਹਮਣੇ ਭੋਗ ਰਹੇ ਨੇ। ਇਹ ਤੁਸੀਂ ਫੈਸਲਾ ਕਰਨਾ। ਪਰਮਾਤਮਾ ਕਹਿੰਦਾ ਮੇਰੇ ਵੱਲ ਤੁਸੀਂ ਮਾੜੇ ਕੰਮ ਵੀ ਕਰ ਸਕਦੇ ਹੋ, ਚੰਗੇ ਵੀ ਕਰ ਸਕਦੇ ਹੋ, ਤੁਹਾਨੂੰ ਖੁੱਲ੍ਹ ਕੰਮ ਕਰਨ ਦੀ। ਪਰ ਜੋ ਤੁਸੀਂ ਕਰ ਲਓਗੇ ਉਹਦਾ ਫਲ ਤੋਂ ਨਹੀਂ ਤੁਸੀਂ ਬਚ ਸਕਦੇ ਹੋ, ਫਲ ਤੁਹਾਨੂੰ ਭੋਗਣਾ ਪੈਣਾ। ਕਰ ਲਓ ਜਿਹੜਾ ਮਰਜ਼ੀ ਹੈ। ਫਿਰ ਸਾਡੇ ਵਰਗਾ ਕਹਿੰਦੇ ਸਾਨੂੰ ਪਤਾ ਨਹੀਂ ਸੀ। ਪਰਮਾਤਮਾ ਕਹਿੰਦਾ ਮੈਂ ਸਤ ਯੁੱਗ ਤੋਂ ਸਾਧੂ ਸੰਤ ਮਹਾਤਮਾ ਪੀਰ ਪੈਗੰਬਰ ਅਵਤਾਰ ਇਸ ਸੰਸਾਰ 'ਤੇ ਭੇਜ ਰਿਹਾ, ਜਿਹੜੇ ਤੁਹਾਨੂੰ ਸਿੱਖਿਆ ਦਿੰਦੇ ਰਹੇ ਨੇ ਕਿ ਭਾਈ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਇਸ ਲਈ ਤੁਸੀਂ ਕਹਿ ਨਹੀਂ ਸਕਦੇ ਸਾਨੂੰ ਨਹੀਂ ਸੀ ਪਤਾ ਜੀ। ਇਹ ਬੰਦਾ ਕਹਿ ਨਹੀਂ ਸਕਦਾ ਸਾਨੂੰ ਪਤਾ ਨਹੀਂ ਸੀ। ਉਹ ਕਹਿੰਦਾ ਮੈਂ ਸਦੀਆਂ ਤੋਂ ਹਰ ਦੇਸ਼, ਹਰ ਸਟੇਟ ਦੇ ਵਿੱਚ ਬ੍ਰਹਮ ਗਿਆਨੀ ਭੇਜ ਰਿਹਾ, ਜਿਹੜੇ ਮੇਰਾ ਸੁਨੇਹਾ ਤੁਹਾਨੂੰ ਦਿੰਦੇ ਨੇ ਕਿ ਭਾਈ ਆਹ ਕੰਮ ਨਾ ਕਰੋ, ਆਹ ਕਰੋ। ਬਾਣੀ ਵੀ ਇਹੀ ਕੁਛ ਹੀ ਕਹਿੰਦੀ, ਆਹ ਕਰੋ, ਆਹ ਨਾ ਕਰੋ। ਬਾਕੀ ਛੋਟੀ ਛੋਟੀ ਗੱਲਾਂ ਛੱਡੋ, ਤੁਸੀਂ ਤਿੰਨ ਹੀ ਛੱਡ ਦਿਓ ਬਸ, ਵੀ ਆਹ ਨਾ ਕਰੋ। ਨੰਬਰ 1 ਹਰਾਮ ਦੀ ਕਮਾਈ ਨਾ ਕਰੋ, ਨੰਬਰ 2 ਨਸ਼ਾ ਨਾ ਕਰੋ, ਨੰਬਰ 3 ਬਦ ਚੱਲਣੀ ਨਾ ਕਰੋ, ਆਪਣਾ ਚਾਲ ਚਲਣ ਉੱਚਾ ਰੱਖੋ। ਉਸ ਤੋਂ ਬਾਅਦ ਬਾਣੀ ਪੜ੍ਹੋ, ਨਾਮ ਜਪੋ, ਤੁਹਾਡਾ ਇੱਥੇ ਹੀ ਜੀਵਨ ਸਵਰਗ ਹੋ ਜਾਏਗਾ। ਜਿਹਦੀ ਮਰਜ਼ੀ ਬਣਾ ਲਓ। ਉੱਪਰ ਸਵਰਗ ਨਰਕ ਹੈਗੇ ਮੈਂ ਮੰਨਦਾ, ਪਰ ਉਹ ਪਤਾ ਨਹੀਂ ਅੱਗੇ ਜਾ ਕੇ ਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ। ਅਸੀਂ ਇੱਥੇ ਹੀ ਬਣਾ ਲਓ। ਜੇ ਇੱਥੇ ਹੀ ਸਾਡਾ ਜੀਵਨ ਸਵਰਗ ਹੋ ਗਿਆ, ਅੱਗੇ ਤਾਂ ਮਿਲ ਹੀ ਜਾਣਾ, ਉਸ 'ਤੇ ਕੋਈ ਸ਼ੰਕਾ ਹੀ ਕੋਈ ਨਹੀਂ। ਜਿਹੜਾ ਇੱਥੇ ਹੀ ਨਰਕ ਭੋਗ ਰਿਹਾ, ਉਹ ਅੱਗੇ ਕੀ ਉਮੀਦ ਕਰਦਾ? ਉਹ ਅੱਗੇ ਕੀ ਉਮੀਦ ਲਾਈ ਬੈਠਾ? ਇਹ ਮਨੁੱਖ ਪੁੱਠੇ ਕੰਮ ਕਰ ਦਿੰਦਾ, ਫਿਰ ਦੁੱਖ ਭੋਗਦਾ ਰਹਿੰਦਾ, ਫਿਰ ਚੀਂ ਫੀ ਕਰ ਦਿੰਦਾ, ਕਰੀ ਜਾਵੇ। ਹੁਣ ਤਾਂ ਬਾਣੀ ਤਾਂ ਲਿਆਂਦੀ ਇਸ ਲਈ ਕਿ ਹਰ ਸਿੱਖ ਸਵਰਗ 'ਚ ਰਹੇ। ਜਿਹੜਾ ਵੀ ਬਾਣੀ ਪੜ੍ਹੇ ਉਹੀ ਸਵਰਗ 'ਚ ਰਹੇ। ਪਰ ਅਸੀਂ ਜਿਹੜਾ ਹੈ ਸਿਰਫ ਪੜ੍ਹਦੇ ਹਾਂ, ਉਸ 'ਤੇ ਅਮਲ ਨਹੀਂ ਕਰਦੇ, ਇਸ ਲਈ ਉਹੇ ਜਿਹੇ ਰਹਿ ਜਾਂਦੇ। ਗਿਆਨ ਉਹੀ ਲਾਭਦਾਇਕ ਹੁੰਦਾ ਜਿਸ ਦੀ ਵਰਤੋਂ ਕੀਤੀ ਜਾਵੇ। ਜਿਸ ਗਿਆਨ ਦੀ ਵਰਤੋਂ ਹੀ ਨਹੀਂ ਕਰਨੀ, ਉਹ ਤਾਂ ਵਿਅਰਥ ਹੈ। ਹੁਣ ਕੀ ਕਰੋਗੇ ਤੁਸੀਂ? ਹੁਣ ਕੀ ਕਰੋ? ਉਹ ਤਾਂ ਤੋਤਾ ਰੱਟਣੀ ਹੈ। ਉਹ ਜਿਵੇਂ ਕਿ ਤੋਤੇ ਨੇ ਰੱਟਾ ਲਾ ਲਿਆ, ਕਦੇ ਸ਼ਿਕਾਰੀ ਆਏਗਾ, ਉਹ ਚੋਗਾ ਵਿਛਾਏਗਾ, ਉਹ ਜਾਲ ਲਾਏਗਾ, ਮੈਂ ਜਾਲ ਵਿੱਚ ਨਹੀਂ ਫਸਾਂਗਾ, ਰੱਟਾ ਲਾ ਲਿਆ, ਇਹਨੂੰ ਕਿ ਤੋਤਾ ਰੱਟਣੀ, ਰੱਟਾ ਲਾ ਲਿਆ। ਉੜਦਾ ਵੀ ਤਾਂ ਵੀ ਇਹੀ ਕਹਿੰਦੇ ਨੇ, ਬੈਠਾ ਇਹੀ ਕਹਿੰਦਾ ਰਹਿੰਦਾ। ਇੱਕ ਦਿਨ ਅਚਾਨਕ ਉਹਦੇ ਪਿੰਜਰੇ ਦਾ ਦਰਵਾਜ਼ਾ ਰਹਿ ਗਿਆ ਖੁੱਲ੍ਹਾ ਅਤੇ ਉੱਡ ਗਿਆ। ਉੜਦਾ ਉੜਦਾ ਜੰਗਲ ਚਲਿਆ ਗਿਆ। ਉੱਥੇ ਜਾ ਕੇ ਦਰਖਤ ਦੀ ਟਾਹਣੀ 'ਤੇ ਬਹਿ ਕਹਿੰਦਾ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਵਿਛਾਏਗਾ, ਜਾਲ ਲਾਏਗਾ, ਚੋਗਾ ਵਿਛਾਏਗਾ, ਮੈਂ ਜਾਲ 'ਚ ਨਹੀਂ ਫਸਾਂਗਾ। ਚੋਗਾ ਹੁੰਦਾ ਜਿਹੜੇ ਜਾਨਵਰਾਂ ਨੂੰ ਦਾਣੇ ਪਾਉਣੇ ਆਪਾਂ। ਸ਼ਿਕਾਰੀ ਨੂੰ ਪਤਾ ਹੁੰਦਾ ਹੈ ਇਹ ਜਾਨਵਰ ਕਿਸ ਚੀਜ਼ ਨੂੰ ਪਸੰਦ ਕਰਦਾ। ਜਿਵੇਂ ਪੋਲੀਟੀਕਲ ਬੰਦਿਆਂ ਨੇ, ਇਹ ਬੰਦਾ ਕਿਸ ਚੀਜ਼ ਨੂੰ ਪਸੰਦ ਕਰਦਾ ਹੁਣ ਪਤਾ। ਇਹ ਪੀਣ ਵਾਲਾ
ਰਾਤ ਨੂੰ ਬੋਤਲ ਦੇ ਜਾਣਗੇ, ਸਵੇਰੇ ਵੋਟ ਲੈ ਜਾਣਗੇ। ਇਹ ਪੈਸੇ ਲੈਣ ਵਾਲਾ, ਉਹਨੂੰ ਪੈਸੇ ਦੇ ਜਾਣਗੇ। ਇਹ ਸਿਫਾਰਿਸ਼ ਮੰਨਣ ਵਾਲਾ, ਉਹਦੇ ਕੋਲ ਸਿਫਾਰਿਸ਼ ਲਾਣੇ। ਇਹ ਫਲਾਣੇ ਬੰਦੇ ਦੀ ਬਣਦਾ, ਉਹਨੂੰ ਲੈ ਆਉਣਗੇ, ਉਹਨੂੰ ਲੈ ਆਉਣਗੇ। ਹਰ ਬੰਦੇ ਦੀ ਕੀਮਤ ਹੁੰਦੀ ਹੈ। ਪੈਸੇ ਨਾਲ ਸਾਰੀ ਦੁਨੀਆ ਵਿਕ ਜਾਂਦੀ, ਜਿਹਨੂੰ ਮਰਜ਼ੀ ਖਰੀਦ ਲਓ। ਇਲੈਕਸ਼ਨਾਂ ਕਿਉਂ ਮਹਿੰਗੀਆਂ ਹੋ ਗਈਆਂ? ਅਸੀਂ ਵਿਕਾਊ ਮਾਲ ਹਾਂ। ਅਸੀਂ ਵਿਕਾਊ ਮਾਲ ਹਾਂ ਅਤੇ ਸਰਕਾਰ ਨੂੰ ਖਰੀਦਣਾ ਆ ਗਿਆ ਹੈ। ਉਹ ਪੈਸਿਆਂ ਨਾਲ ਸਾਨੂੰ ਖਰੀਦ ਲੈਂਦੇ ਨੇ, ਬਸ ਆਪਣਾ ਫਿਰ 5 ਸਾਲ ਸਾਨੂੰ ਲੁੱਟਦੇ ਰਹਿੰਦੇ ਨੇ। 1 ਸਾਲ 4 ਸਾਲ ਕੋਲ ਲੁੱਟ ਆਪਣੇ ਕੋਲ ਰੱਖ ਲੈਂਦੇ ਨੇ। 5ਵੇਂ ਸਾਲ ਦੀ ਲੁੱਟ ਫਿਰ ਸਾਨੂੰ ਦੇ ਕੇ ਸਾਨੂੰ ਫਿਰ ਖਰੀਦ ਲੈਂਦੇ ਨੇ ਅਤੇ ਫਿਰ 5 ਸਾਲ ਮੌਜ ਕਰਦੇ ਰਹਿੰਦੇ ਨੇ। ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਤਾ ਲੱਗ ਗਿਆ ਕਿ ਬੰਦਾ ਵਿਕਾਊ ਹੈ। ਕਿਸੇ ਦੀ ਕੀਮਤ ਸਿਰਫ 1 ਬੋਤਲ ਸ਼ਰਾਬ ਹੈ, ਕਿਸੇ ਦੀ ਭੁੱਕੀ, ਕਿਸੇ ਦੀ ਫੀਮ, ਕਿਸੇ ਦੀ ਸਿਫਾਰਿਸ਼ ਅਤੇ ਕਿਸੇ ਦਾ 1000-2000 ਰੁਪਈਆ। ਅਸੀਂ ਵਿਕਾਊ ਮਾਲ ਹਾਂ। ਇਸ ਲਈ ਇਹ ਜਿਹੜਾ ਨਾ ਬੜਾ ਸਾਵਧਾਨ ਰਹਿਣਾ ਹੈ। ਛੋਟੀਆਂ ਛੋਟੀਆਂ ਗੱਲਾਂ 'ਤੇ ਆਪਣੇ ਅਸੂਲ ਨਹੀਂ ਤਿਆਗਣੇ। ਛੋਟੇ ਛੋਟੇ ਫਿਰ 5 ਸਾਲ ਬਜਾਏ ਕਿਸੇ ਰੋਂਦੇ ਰਹੀਏ ਅਸੀਂ। ਗੁਰਬਾਣੀ ਸਾਨੂੰ ਹਰ ਪੱਖ ਤੋਂ ਸਾਵਧਾਨ ਕਰਦੀ ਹੈ। ਇਹ ਨਹੀਂ ਕਿਸੇ ਇੱਕ ਪੱਖ ਤੋਂ, ਸਾਰੇ ਪੱਖਾਂ ਤੋਂ ਸਾਵਧਾਨ ਕਰਦੀ ਹੈ। ਇਸ ਲਈ ਵਧੀਆ ਜੀਵਨ ਜਿਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਰ ਤੁਹਾਡੇ ਪੱਲੇ ਸੱਚ ਹੋਵੇਗਾ। ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ, ਫਿਰ ਕੋਈ ਹੈ ਨਹੀਂ। ਇਹ 3 ਬਹੁਤ ਵੱਡੀਆਂ ਬੁਰਾਈਆਂ ਨੇ ਜਿਹੜੀਆਂ ਸਾਡੇ ਕਿਸੇ ਵੇਲੇ ਵੀ ਸਾਨੂੰ ਬਰਬਾਦ ਕਰ ਸਕਦੀਆਂ। ਹਰਾਮ ਦੀ ਕਮਾਈ, ਕਿੰਨੇ ਲੋਕਾਂ ਨੂੰ ਜੇਲ੍ਹ ਹੋ ਗਈ। ਹਰਾਮ ਦੀ ਕਮਾਈ ਕਰਦੇ ਸਨ, ਅਚਾਨਕ ਫੜੇ ਗਏ। ਚੱਲ ਬਈ ਸੱਜਣਾ, ਨਾਲੇ ਪਹਿਲਾਂ ਪੁਲਿਸ ਤੋਂ ਕੁੱਟ ਖਾਧੀ, ਉਹਨਾਂ ਨਾਲੇ ਪੈਸੇ ਵੀ ਦਿੱਤੇ, ਫਿਰ ਵਕੀਲ ਨੂੰ ਪੈਸੇ ਦਿੱਤੇ, ਕਿੰਨੇ ਸਾਲ ਮੁਕੱਦਮਾ ਲੜਿਆ, ਫਿਰ ਜੇਲ੍ਹ ਹੋ ਗਈ। ਜੇਲ੍ਹ ਹੋ ਗਈ। ਹਰਾਮ ਦੀ ਕਮਾਈ ਹੈ। ਆ ਨਸ਼ੇ ਕਰਨ ਅਤੇ ਵੇਚਣ ਵਾਲੇ ਹਨ। ਆ ਨਸ਼ੇ ਕਰ ਕਰਕੇ ਦੁਨੀਆ ਹੀ ਬਰਬਾਦ ਹੋ ਗਈ ਹੈ। ਨਸ਼ੇ ਕਰਨ ਵਾਲਾ ਅਮੀਰ ਹੋ ਹੀ ਨਹੀਂ ਸਕਦਾ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬੰਦਾ 10 ਨੂੰਹਾਂ ਦੀ ਕਿਰਤ ਕਰਨ ਵਾਲਾ, ਉਹ ਵੀ ਨਸ਼ੇ ਕਰ ਰਿਹਾ। ਵੀ 10 ਨੂੰਹਾਂ ਦੀ ਕਿਰਤ ਵਾਲੇ ਕੋਲ ਤਾਂ ਪੈਸਾ ਪਹਿਲਾਂ ਹੀ ਥੋੜ੍ਹਾ ਹੁੰਦਾ। ਕਿਸਾਨ ਹੈ, 10 ਨੂੰਹਾਂ ਦੀ ਕਿਰਤ ਕਰ ਰਿਹਾ, ਪਹਿਲੇ ਹੀ ਗਰੀਬ ਹੈ। ਅਗਰ ਉੱਤੋਂ ਸ਼ਰਾਬ ਪੀਵੇ ਜਾਂ ਹੋਰ ਨਸ਼ੇ ਕਰੇ, ਫਿਰ ਕਿਵੇਂ ਗਰੀਬੀ ਦੂਰ ਹੋ ਸਕਦੀ ਹੈ ਬਈ? ਆਹ ਜਿਹੜੇ ਮਜ਼ਦੂਰ ਨੇ, ਇਹ ਵੀ 10 ਨੂੰਹਾਂ ਦੀ ਕਿਰਤ ਕਰਦੇ ਨੇ। ਇਹ ਜੇ ਸ਼ਰਾਬ ਪੀਣੇ, ਕੋਈ ਨਸ਼ਾ ਕਰਨਗੇ, ਇਹ ਵੀ ਗਰੀਬ ਰਹੇ ਨੇ, ਅਮੀਰ ਹੋ ਹੀ ਨਹੀਂ ਸਕਦੇ ਹੈਗੇ। ਇਹਨਾਂ ਦੀ ਸੋਚ ਉੱਪਰ ਨੂੰ ਉੱਠਦੀ ਨਹੀਂ, ਨੀਵੀਂ ਸੋਚ ਹੈ। ਇਸ ਲਈ ਇਹ ਗਰੀਬ ਦੇ ਗਰੀਬ ਹੀ ਰਹਿ ਜਾਂਦੇ ਹਨ। ਇਹ ਜਿਹੜੇ ਨਸ਼ੇ ਨੁਸ਼ੇ ਨੇ, ਸ਼ਰਾਬਾਂ ਸ਼ਰੂਬਾਂ ਨੇ, ਇਹ ਤਾਂ ਹਰਾਮ ਦੀ ਕਮਾਈ ਵਾਲਿਆਂ ਲਈ ਹੁੰਦੀਆਂ। ਜਾਂ ਜਿਹੜੇ ਬਹੁਤ ਅਮੀਰ ਨੇ, ਇਹ ਤਾਂ ਉਹਨਾਂ ਲਈ, ਗਰੀਬਾਂ ਲਈ ਥੋੜ੍ਹੇ ਨਸ਼ਾ ਅਤੇ ਜਿਹੜੇ ਸ਼ਰਾਬਾਂ ਨੇ, ਹਾਂਜੀ, ਉਹ ਤਾਂ ਪਹਿਲੇ ਹੀ ਗਰੀਬ ਨੇ। ਇਸ ਲਈ ਹਰਾਮ ਦੀ ਕਮਾਈ ਛੱਡਣੀ ਹੈ, ਨਸ਼ੇ ਛੱਡਣੇ, ਬਦਫੈਲੀਆਂ ਕਰਨੀਆਂ ਛੱਡੀ। ਆ ਬਦਫੈਲੀਆਂ ਦੇ ਵੱਡੇ ਵੱਡੇ ਸਾਧਾਂ ਨੂੰ ਅੰਦਰ ਕੀਤਾ ਹੋਇਆ। ਇਹਨਾਂ ਨੂੰ ਹਰਾਮ ਦੀ ਕਮਾਈ ਨਹੀਂ ਸੀ। ਇਹਨਾਂ ਕੋਈ ਨਸ਼ੇ ਨਹੀਂ ਕੀਤੇ, ਨਾ ਵੇਚੇ, ਪਰ ਚਾਲ ਚੱਲਣ ਨੀਵਾਂ ਹੋਣ ਕਰਕੇ ਜੇਲ੍ਹਾਂ ਹੋ ਗਈਆਂ। ਬੈਠੇ ਨਾ, ਕਿੱਡੀ ਵੱਡੀ ਬਦਨਾਮੀ ਹੁੰਦੀ ਹੈ, ਅਤੇ ਨਾਲੇ ਜੇਲ੍ਹ 'ਚ ਬੈਠੇ ਰਹੋ ਜੀ। ਇਹ ਮੈਂ ਦੇਖ ਕੇ ਤੱਤ ਕੱਢੇ ਬਾਣੀ ਪੜ੍ਹ ਕੇ, ਅਤੇ ਸਮਾਜ ਨੂੰ ਵੇਖ ਕੇ ਕਿ ਇਹ 3 ਜਿਹੜੇ ਨੁਕਸ ਨੇ, ਇਹ ਬੰਦੇ ਨੂੰ ਕਿਸੇ ਵੇਲੇ ਵੀ ਬਰਬਾਦ ਕਰ ਸਕਦੇ ਹਨ। ਇਸ ਲਈ ਨਾ ਤਿੰਨਾਂ ਦਾ ਤਿਆਗ ਕਰਕੇ ਫਿਰ ਨਾਮ ਜਪਣਾ, ਬਾਣੀ ਪੜ੍ਹਨੀ, ਫਿਰ ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਤੁਹਾਡੀ ਇੱਕ ਅਧਿਆਤਮਿਕ ਤਰੱਕੀ ਹੋਈ ਜਾਵੇਗੀ। ਇੱਕ ਤੁਸੀਂ ਦਿਨੋਂ ਦਿਨ ਸੁਖੀ ਹੋਈ ਜਾਓਗੇ। ਤੀਸਰਾ, ਤੁਸੀਂ ਦਿਨੋਂ ਦਿਨ ਅਮੀਰ ਹੁੰਦੇ ਜਾਵੋਗੇ। ਅੱਗੇ ਗੁਰੂ ਮਹਾਰਾਜ ਕਹਿੰਦੇ, ਰਾਗ ਗੌੜੀ ਪੂਰਬੀ ਮਹਿਲਾ 5ਵਾਂ। ਰਾਗ ਦਾ ਨਾਮ ਹੈ ਗੌੜੀ ਪੂਰਬੀ। ਮਹਿਲਾ 5ਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ। ਕਰੋ, ਆਪਣੇ ਵੱਲੋਂ ਕਿਹਾ। ਜਦੋਂ ਕੋਈ ਗੱਲ ਆਪਣੇ ਵੱਲੋਂ ਹੋਵੇ, ਉਦੋਂ ਬਿੰਦੀ ਲਾ ਕੇ ਪੜ੍ਹਨਾ। ਕਰੋ ਦਾ ਮਤਲਬ ਹੈ ਤੁਸੀਂ ਕਰੋ, ਤੁਸੀਂ ਇਹ ਕੰਮ ਕਰੋ। ਆਪਾਂ ਦੂਜੇ ਨੂੰ ਕਹਿੰਦੇ। ਜਦੋਂ ਆਪ ਕਰਨਾ, ਫਿਰ ਕਹਿਣਾ ਕਰੋ, ਊੜੇ ਨੂੰ ਬਿੰਦੀ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ।
ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾ। ਇਹ ਸੰਸਾਰ ਵਿਕਾਰ ਸੰਸ਼ੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆਵੈ ਇਹ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ। ਜਦੋਂ ਜਾ ਤੋਂ ਬਾਅਦ ਕਾ, ਕੇ, ਕੀ, ਕੀਆਂ, ਸਿਉਂ ਆ ਜਾਏ ਫਿਰ ਬਿਨਾਂ ਬਿੰਦੀ ਤੋਂ ਪੜ੍ਹਿਆ ਜਾਂਦਾ। ਇਹਨੂੰ ਜਾਂ ਕੋ ਨਹੀਂ ਪੜ੍ਹਨਾ। ਜਾ ਕੋ ਇਹ ਹਿੰਦੀ ਦੇ ਸ਼ਬਦ ਨੇ, ਜਾ ਵੀ ਅਤੇ ਕੌ ਵੀ। ਜਾ ਮੈਨੇ ਜਿਸ ਅਤੇ ਕੌ ਮੈਨੇ ਲਈ। ਜਾ ਕੋ ਆਏ ਸੋਈ ਬਿਹਾਜੋ। ਬਿਹਾਜੋ ਹੁੰਦਾ ਖਰੀਦਣਾ ਜਾਂ ਇਕੱਠਾ ਕਰਨਾ। ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੀ ਧੂਰੇ। ਪੰਚਮ ਪਾਤਸ਼ਾਹ ਕਹਿੰਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੇ ਮੇਰੇ ਮਿੱਤਰਾ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਸੁਣ। ਸੰਤ ਟਹਿਲ ਕੀ ਬੇਲਾ, ਗੁਰੂ ਦੀ ਸਾਧੂ ਦੀ ਸੇਵਾ ਕਰਨ ਦਾ ਵੇਲਾ ਹੈ। ਮਨੁੱਖਾ ਜੀਵਨ ਮਿਲੇ ਨਾ, ਕਹਿੰਦੇ ਗੁਰੂ ਦੀ ਸੇਵਾ ਕਰ, ਸਾਧੂ ਦੀ ਸੇਵਾ ਕਰ, ਵੇਲਾ ਹੈ। ਸੰਤ ਟਹਿਲ ਕੀ ਬੇਲਾ, ਬੇਲਾ ਮੈਨੇ ਵੇਲਾ, ਸੰਤਾਂ ਦੀ ਸੇਵਾ ਕਰਨ ਦਾ ਵੇਲਾ ਹੈ। ਇਹਾਂ ਹੁੰਦਾ ਇੱਥੇ, ਊਹਾਂ ਹੁੰਦਾ ਉੱਥੇ। ਇਹਾਂ ਖਾੜ ਚਲੋ ਹਰ ਲਾਹਾ। ਇੱਥੇ ਕਹਿੰਦੇ ਲਾਹਾ ਖੱਟ ਕੇ ਜਾਓ, ਕੋਈ ਕਮਾ ਕੇ ਜਾਓ। ਆਪਾਂ ਕੋਈ 100 ਰੁਪਇਆ ਖਰਚ ਕੀਤਾ, ਉਹ 125 ਰੁਪਏ ਦੀ ਆਪਾਂ ਵੇਚਤੀ ਹੈ, ਆਪਾਂ 25 ਰੁਪਏ ਉਸ 'ਤੇ ਆਪਾਂ ਨੂੰ ਲਾਹਾ ਹੋ ਗਿਆ ਹੈ। ਲਾਭ ਖੱਟ ਕੇ ਜਾਣਾ ਹੈ, ਇੱਥੋਂ ਕਮਾ ਕੇ ਕੁਛ ਲੈ ਕੇ ਜਾਣਾ ਹੈ। ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਜਿੰਨਾ ਸਮਾਂ ਤੁਸੀਂ ਸੰਸਾਰ 'ਚ ਰਹੇ ਹੋ, ਇਹ ਨਾਮ ਦਾ ਲਾਹਾ ਖੱਟ ਕੇ ਜਾਓ। ਜਦੋਂ ਫਿਰ ਤੁਹਾਡੇ ਕੋਲ ਨਾਮ ਹੋਏਗਾ ਨਾ, ਆਗੇ ਬਸਨ ਸੁਹੇਲਾ। ਸੁਹੇਲਾ ਹੁੰਦਾ ਸੁਖੀ, ਦੁਹੇਲਾ ਹੁੰਦਾ ਦੁਖੀ। ਅੱਗੇ ਫਿਰ ਵਸਣਾ ਸੌਖਾ ਹੋ ਜਾਏਗਾ। ਅੱਗੇ ਜਦੋਂ ਪਰਮਾਤਮਾ ਦੇ ਦਰ 'ਤੇ ਜਾਓਗੇ, ਉੱਥੇ ਵਸਣਾ ਤੁਹਾਡੇ ਲਈ ਸੌਖਾ ਹੋ ਜਾਏਗਾ, ਕਿਉਂਕਿ ਤੁਸੀਂ ਉੱਥੇ ਲਾਹਾ ਖੱਟ ਕੇ ਚੱਲੇ ਹੋ, ਘਾਟਾ ਪਾ ਕੇ ਨਹੀਂ ਚੱਲੇ। ਤੁਸੀਂ ਘਾਟਾ ਨਹੀਂ ਪਾ ਕੇ ਚੱਲੇ, ਸਗੋਂ ਲਾਹਾ ਖੱਟ ਕੇ ਚੱਲੇ ਹੋ। ਨਾਮ ਜਪਿਆ ਹੈ। ਔਦ ਘਟੈ ਦਿਨ ਸਿਰੈ ਨਾਰੇ। ਦਿਨ ਕਰਕੇ, ਰਾਤ ਕਰਕੇ ਉਮਰ ਘਟ ਰਹੀ ਹੈ। ਔਦ ਉਮਰ ਨੂੰ ਕਹਿੰਦੇ। ਹਿੰਦੀ 'ਚ ਅਵਧੀ, ਹਿੰਦੀ 'ਚ ਅਵਧੀ, ਉਸ ਤੋਂ ਪੰਜਾਬੀ 'ਚ ਬਣਿਆ ਔਦ, ਊੜੇ ਨਾਲ ਬਣ ਗਿਆ ਵਾਹਵਾ, ਉਮਰ। ਔਦ ਘਟੈ ਦਿਨ ਸਿਰੈ ਨਾਰੇ। ਦਿਨ ਦਿਨ ਕਰਕੇ, ਰਾਤ ਰਾਤ ਕਰਕੇ, ਦਿਨ ਰਾਤ ਕਰਕੇ ਉਮਰ ਘਟ ਰਹੀ ਹੈ। ਮਨ ਜਦੋਂ ਬੁਲਾਇਆ ਜਾਵੇ ਨਾ ਕਿਸੇ ਨੂੰ, ਫਿਰ ਉਹਦੇ ਅਖੀਰਲੇ ਅੱਖਰ 'ਚ ਔਂਕੜ ਨਹੀਂ ਹੁੰਦਾ। ਮਨ, ਇਹਦੇ ਦੋ ਨੇ, ਇੱਕ ਬਹੁਵਚਨ ਹੈ ਮਨ, ਇੱਕ ਵਚਨ ਮਨ। ਇਹਨੂੰ ਬੁਲਾਇਆ ਇੱਥੇ, ਜਦੋਂ ਬੁਲਾਇਆ ਹੈ ਇੱਕ ਵਚਨ ਹੀ, ਪਰ ਨੈਣ ਔਂਕੜ ਨਹੀਂ, ਕਿਉਂਕਿ ਬੁਲਾਇਆ। ਮਨ ਗੁਰ ਮਿਲ ਕਾਜ ਸਵਾਰੇ। ਹੈ ਮਨਾ, ਗੁਰੂ ਨੂੰ ਮਿਲ ਕੇ ਤੂੰ ਆਪਣੇ ਜੀਵਨ ਦਾ ਕਾਰਜ ਸਵਾਰ ਲੈ। ਇਹ ਕਾਰਜ ਹੈ ਸਾਡਾ ਨਾਮ ਜਪਣਾ। ਇਹ ਗੁਰੂ ਨੂੰ ਮਿਲ ਕੇ ਹੀ ਸਵਾਰਿਆ ਜਾ ਸਕਦਾ ਹੈ। ਜਿਹੜੇ ਨਾਮ ਜਪਦੇ ਨੇ ਸਮਝ ਆਪਣੇ ਜੀਵਨ ਨੂੰ ਸਵਾਰ ਰਹੇ ਨੇ, ਜਿਹੜੇ ਨਹੀਂ ਜਪਦੇ ਸਮਝ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਸੋ ਹੇ ਮਨਾ, ਗੁਰੂ ਨੂੰ ਮਿਲ ਕੇ ਤੂੰ ਆਪਣਾ ਕਾਰਜ ਸਵਾਰ ਲੈ। ਇਹ ਸੰਸਾਰ ਵਿਕਾਰ ਸੰਸ਼ੇ ਮੈਂ। ਇਹ ਜਿਹੜਾ ਸੰਸਾਰ ਹੈ, ਵਿਅਰਥ ਦੇ ਸੰਸ਼ਿਆਂ, ਡਰ ਨਾਲ ਭਰਿਆ ਹੋਇਆ। ਸੰਸਾਰ ਡਰ ਨੂੰ ਕਹਿੰਦੇ ਨੇ, ਸ਼ੰਕੇ ਨੂੰ ਵੀ ਕਹਿੰਦੇ, ਡਾਊਟ। ਜਿੱਥੇ ਸੰਸਾ ਹੋਏਗਾ ਉੱਥੇ ਡਰ ਜ਼ਰੂਰ ਹੋਵੇਗਾ, ਉੱਥੇ ਜ਼ਰੂਰ ਹੋਏਗਾ। ਇਸ ਲਈ ਸੰਸਾਰ ਜਿਹੜਾ ਹੈ, ਇਹ ਵਿਕਾਰ, ਬੇਕਾਰ ਦੇ ਸੰਸ਼ਿਆਂ ਨਾਲ ਭਰਿਆ ਹੋਇਆ ਹੈ। ਤਰਿਓ ਬ੍ਰਹਮ ਗਿਆਨੀ।
ਪਰ ਇਸ ਸੰਸਾਰ ਤੋਂ ਭਾਵ ਇਹਨਾਂ ਬੁਰਾਈਆਂ ਤੋਂ ਉਹ ਤਰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਸੰਸਿਆਂ 'ਚ ਪੈਂਦੇ ਹੀ ਨਹੀਂ ਹੈ। ਇਸ ਲਈ ਉਹਨਾਂ 'ਤੇ ਇਹ ਚੀਜ਼ਾਂ ਉਹਨੂੰ ਪ੍ਰਭਾਵਿਤ ਹੀ ਨਹੀਂ ਕਰਦੀਆਂ। ਇਸ ਲਈ ਬ੍ਰਹਮ ਗਿਆਨੀ ਇਹ ਬੁਰਾਈ ਉਹਨੂੰ ਤਰ ਜਾਂਦਾ ਹੈ, ਪਾਰ ਹੋ ਜਾਂਦਾ ਇਹਨਾਂ ਤੋਂ। ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਣੇ। ਜਿਹਨੂੰ ਪਰਮਾਤਮਾ ਜਗਾਉਂਦਾ ਨਾ, ਦੋ ਤਰੀਕੇ ਦਾ ਜਾਗਣਾ ਹੁੰਦਾ। ਇੱਕ ਤਾਂ ਜਿਵੇਂ ਆਪਾਂ ਦਿਨੇ ਜਾਗਦੇ ਹਾਂ, ਰਾਤ ਨੂੰ ਸੌਂਦੇ ਹਾਂ, ਇੱਕ ਤਾਂ ਜਾਗਣਾ, ਉਹ ਤਾਂ ਕੁਦਰਤੀ ਹੈਗਾ, ਉਹਦੀ ਕੋਈ ਮਹਾਨਤਾ ਨਹੀਂ। ਜਾਗਣ ਤੋਂ ਮਤਲਬ ਹੈ ਗਿਆਨ ਹੋ ਜਾਣਾ ਕਿ ਮੈਂ ਕੀ ਕੰਮ ਇਸ ਸੰਸਾਰ 'ਤੇ ਆਇਆ, ਅਤੇ ਫਿਰ ਉਸ ਕੰਮ ਨੂੰ ਕਰਨ ਲੱਗ ਜਾਣਾ। ਇਹ ਹੈ ਜਾਗਣਾ। ਇਹ ਜਾਗਣਾ। ਇੱਕ ਬੰਦਾ ਭਜਨ ਬੰਦਗੀ ਨਹੀਂ ਕਰਦਾ, ਉਹਨੂੰ ਪਤਾ ਨਹੀਂ ਹੈ, ਐਂ ਸਮਝੋ ਸੁੱਤਾ ਪਿਆ ਹੈ। ਉਹਨੇ ਕਿਤੇ ਅਚਾਨਕ ਕਰ ਲਈ ਸਤ ਸੰਗਤ। ਸਤ ਸੰਗਤ 'ਚ ਉਹਨੂੰ ਗਿਆਨ ਵੀ ਓਹੋ ਨਾਮ ਜਪਣਾ ਚਾਹੀਦਾ, ਮੈਂ ਤਾਂ ਇੰਨਾ ਸਮਾਂ ਐਵੇਂ ਹੀ ਬਰਬਾਦ ਕਰ ਦਿੱਤਾ ਹੈ। ਇਹਦਾ ਮਤਲਬ ਹੁਣ ਉਹ ਜਾਗ ਪਿਆ ਹੈ, ਉਹ ਜਾਗ ਪਿਆ। ਜਿਸ ਹੈ ਜਗਾਏ ਪਿਆਵੈ ਇਹ ਰਸ, ਜਿਸ ਨੂੰ ਪਰਮਾਤਮਾ ਫਿਰ ਅਗਿਆਨਤਾ ਦੀ ਨੀਂਦ ਤੋਂ ਜਗਾਉਂਦਾ ਨਾ, ਉਹ ਫਿਰ ਇਸ ਰਸ ਨਾਮ ਰਸ ਨੂੰ ਪੀਂਦਾ। ਅਕਥ ਕਥਾ ਤਿਨ ਜਣੇ। ਅਕਥ ਮੈਨੇ ਪਰਮਾਤਮਾ, ਕਥਾ ਮੈਨੇ ਸਿਫਤ ਸਲਾਹ। ਉਹ ਫਿਰ ਪਰਮਾਤਮਾ ਦੀ ਸਿਫਤ ਸਲਾਹ ਨੂੰ ਜਾਣ ਲੈਂਦਾ ਹੈ, ਭਾਵ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਂਦਾ ਹੈ, ਕਿਉਂਕਿ ਹੁਣ ਉਹ ਜਾਗ ਪਿਆ ਹੈ। ਉਹਨੂੰ ਹੁਣ ਗਿਆਨ ਹੋ ਗਿਆ ਕਿ ਉਹ ਨਾਮ ਜਪਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਸਤਸੰਗਤ ਕਰਨੀ ਚਾਹੀਦੀ ਹੈ। ਜਾ ਕੋ ਆਏ ਸੋਈ ਬਿਹਾਜੋ। ਬਿਹਾਜੋ ਦੇ ਦੋ ਅਰਥ ਨੇ, ਇੱਕ ਹੁੰਦਾ ਖਰੀਦੋ ਅਤੇ ਦੂਸਰਾ ਤਾਂ ਇਕੱਠਾ ਕਰੋ। ਇੱਥੇ ਇਕੱਠਾ ਕਰਨ ਦਾ ਮਤਲਬ ਇੱਥੇ ਕੋਈ ਖਰੀਦਣ ਤੋਂ ਮਤਲਬ ਨਹੀਂ, ਕਿਉਂਕਿ ਜਿਹੜਾ ਨਾਮ ਹੈ ਖਰੀਦਿਆ ਨਹੀਂ ਜਾ ਸਕਦਾ। ਤੁਸੀਂ ਨਾਮ ਨੂੰ ਪੈਸਿਆਂ ਨਾਲ ਖਰੀਦ ਨਹੀਂ ਸਕਦੇ। ਹਾਂ, ਨਾਮ ਨੂੰ ਨਾਮ ਜਪ ਜਪ ਕੇ ਇਕੱਠਿਆ ਕਰ ਸਕਦੇ ਹੋ। ਜਾ ਕੋ ਆਏ ਸੋਈ ਬਿਹਾਜੋ। ਜਾ ਕੋ ਨਾ ਜਿਸ ਲਈ, ਜਿਸ ਲਈ ਤੁਸੀਂ ਆਏ ਹੋ ਉਹੀ ਇਕੱਠਾ ਕਰੋ। ਅਤੇ ਅਸੀਂ ਆਏ ਹਾਂ ਨਾਮ ਧਨ ਇਕੱਠਾ ਕਰਨ ਲਈ। ਸਾਨੂੰ ਪਰਮਾਤਮਾ ਨੇ ਨਾਮ ਧਨ ਇਕੱਠਾ ਕਰਨ ਲਈ ਭੇਜਿਆ। ਬਾਣੀ ਕਹਿੰਦੇ ਹੈ ਜਿਸ ਬੰਦੇ ਕੋਲ ਸੰਸਾਰੀ ਧਨ ਹੈ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ, ਪਰ ਜਿਸ ਕੋਲ ਨਾਮ ਧਨ ਹੈ ਉਹਦੇ ਕੋਲ ਸੰਸਾਰੀ ਧਨ ਵੀ ਜ਼ਰੂਰ ਹੁੰਦਾ, ਕਿਉਂਕਿ ਨਾਮ ਜਪਣ ਨਾਲ ਗਰੀਬ ਰਹਿ ਹੀ ਨਹੀਂ ਸਕਦਾ। ਨਾਮ ਜਪਣ ਵਾਲਾ ਗਰੀਬ ਰਹਿ ਹੀ ਨਹੀਂ ਸਕਦਾ। ਮੇਰੇ ਕੋਲ ਆਉਂਦੇ ਰਹਿੰਦੇ ਨੇ, ਉਹ ਜੀ ਸਾਡਾ ਕੰਮ ਨਹੀਂ ਚੱਲਦਾ ਜੀ, ਫਿਰ ਅਸੀਂ ਉਹਨੂੰ ਬਾਣੀ ਦਿੰਦੇ ਹਾਂ। ਹਾਂ ਜੀ, ਕਮਾਈ 'ਚ ਵਾਧਾ ਹੋ ਗਿਆ, ਕਰ ਦੇਣਾ ਅਮੀਰ। ਇਸ ਨਾਮ ਬਾਣੀ ਨੇ ਮਨੁੱਖ ਨੂੰ ਅਮੀਰ ਕਰਨਾ, ਅਤੇ ਜਿਹੜਾ ਨਾਮ ਜਪਦਾ ਉਹਨੇ ਅਮੀਰ ਹੋ ਹੀ ਜਾਣਾ। ਹਰ ਕੰਮ 'ਚ ਪਰਮਾਤਮਾ ਦੀ ਬਰਕਤ ਪਾਈ ਜਾਣੀ। ਫਜ਼ੂਲ ਦੇ ਖਰਚੇ ਉਹਦੇ ਬੰਦ ਕਰ ਦੇਣੇ ਨਾ। ਜਿਹੜੇ ਸਾਡੇ ਐਵੇਂ ਖਰਚ ਹੁੰਦੇ ਰਹਿੰਦੇ ਨਾ, ਇਹ ਪਰਮਾਤਮਾ ਬੰਦ ਕਰ ਦਿੰਦਾ। ਕੋਈ ਉਹਦੇ ਘਰ ਚੋਰੀ ਨਹੀਂ ਹੋਣ ਦਿੰਦਾ, ਕੋਈ ਡਾਕਾ ਨਹੀਂ ਪੈਣ ਦਿੰਦਾ, ਕੋਈ ਉਹਦੀ ਜੇਬ ਨਹੀਂ ਕੱਟਣ ਦਿੰਦਾ ਹੈ, ਕੋਈ ਉਹਦੇ ਨਾਲ ਧੋਖਾ ਨਹੀਂ ਕਰਦਾ ਹੈ, ਕੋਈ ਉਸ 'ਤੇ ਮੁਕੱਦਮਾ ਨਹੀਂ ਚੱਲਦਾ ਹੈ, ਕੋਈ ਉਹਨੂੰ ਥਾਣੇ ਵਾਲਿਆਂ ਨੂੰ ਅਤੇ ਜਿਹੜਾ ਵਕੀਲਾਂ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ, ਉਹਨੂੰ ਬਿਮਾਰੀਆਂ ਤੋਂ ਬਚਾਈ ਰੱਖਦਾ ਹੈ, ਉਹਨੂੰ ਦੁਰਘਟਨਾਵਾਂ ਤੋਂ ਬਚਾਈ ਰੱਖਦਾ ਹੈ। ਇਸ ਤਰ੍ਹਾਂ ਪਰਮਾਤਮਾ ਉਹਦਾ ਬੱਚਤ ਕਰਦਾ ਰਹਿੰਦਾ ਅਤੇ ਉਹ ਹੌਲੀ ਹੌਲੀ ਅਮੀਰ ਹੋ ਜਾਂਦਾ। ਜਿਹੜੇ ਉਹਦੇ ਵਿਅਰਥ ਦੇ ਖਰਚੇ ਹੋਣੇ ਸਨ ਉਹ ਹਟ ਜਾਂਦੇ ਨੇ। ਜਿਵੇਂ ਕਈ ਸਾਲ ਬੀਬੀ ਇੱਕ ਆਈ, ਕਹਿੰਦੇ ਬਾਬਾ ਜੀ ਸਾਡੀਆਂ ਫੈਕਟਰੀਆਂ ਨੇ, ਅਸੀਂ ਗਰੀਬ ਨਹੀਂ, ਅਸੀਂ ਬਹੁਤ ਅਮੀਰ ਹਾਂ। ਮੈਂ ਫਿਰ ਕਿਵੇਂ ਆਏ ਹੋ? ਕਹੇ ਜੀ ਬਰਕਤ ਨਹੀਂ ਹੈ। ਮੈਂ ਭਾਈ ਕੋਈ ਦਸਵੰਧ ਕੱਢ ਦਿਓ, ਉਹਨੂੰ ਵਿਚਾਰੇ ਨਹੀਂ ਪਤਾ ਹੋਣਾ। ਕਹਿੰਦੇ ਉਹ ਕੀ ਹੁੰਦਾ? ਮੈਂ ਚਲੋ ਦਸਵੰਧ ਕੱਢਣਾ ਤਾਂ ਆਮ ਲੋਕਾਂ ਨੂੰ ਔਖਾ ਲੱਗਦਾ ਹੈ। ਭਾਈ ਕੋਈ ਜੋ ਤੁਹਾਡੀ ਬੱਚਤ ਹੁੰਦੀ ਹੈ, ਤੁਸੀਂ ਅਕਾਊਂਟੈਂਟ ਰੱਖਿਆ ਹੋਇਆ ਤੁਹਾਡੇ ਮਾਲਕ ਨੇ, ਅਤੇ ਉਹ ਜਿਹੜੀ ਬੱਚਤ ਹੁੰਦੀ ਹੈ ਹਰ ਮਹੀਨੇ ਉਹਦੇ ਵਿੱਚੋਂ ਕੁਝ ਹਿੱਸਾ ਗੁਰਦੁਆਰੇ ਜਾਂ ਮੰਦਰ ਜਾਂ ਲੋੜਵੰਦਾਂ ਗਰੀਬਾਂ ਨੂੰ ਦਿਆ ਕਰੋ, ਫਿਰ ਤੁਹਾਡੇ ਜਿਹੜੇ ਕਮਾਈ 'ਚ ਬਰਕਤ ਪੈ ਜਾਏਗੀ। ਮੈਂ ਤੁਸੀਂ ਕੋਈ ਵਿੱਚੋਂ ਦਾਨ ਪੁੰਨ ਕਰਦੇ ਹੀ ਨਹੀਂ, ਉਹ ਬਰਕਤ ਪੈਂਦੀ ਨਹੀਂ ਹੈਗੀ, ਬਰਕਤ ਪੈਂਦੀ ਨਹੀਂ। ਮੈਂ ਦੇਖੇ ਜੋ ਖੇਤੀਬਾੜੀ ਕਰਦੇ ਸੀ, ਖੇਤ ਵੱਢਣਾ, ਫਿਰ ਵਿੱਚ ਜਿਵੇਂ ਬੋਦੀ ਜੀ ਛੱਡ ਦੇਣ ਨਾ, ਥੋੜ੍ਹਾ ਜਿਹਾ ਹਿੱਸਾ ਉਸੇ 'ਤੇ ਰਹਿਣਾ, ਉਹਨੂੰ ਨਹੀਂ ਵੱਢਦੇ ਸੀ।
ਵੀ ਭਾਈ ਜਾਨਵਰਾਂ ਲਈ, ਜਾਨਵਰ ਉਹਨਾਂ ਵਿੱਚ ਕੁਛ ਖਾਣਾ ਹੀ ਹੈ, ਇਹ ਉਹਨਾਂ ਲਈ ਛੱਡ ਛੱਡਣਾ, ਉਹਨਾਂ ਲਈ ਛੱਡ, ਚਲੋ ਬਈ ਜਾਨਵਰ ਨੇ ਵਿਚਾਰੇ, ਉਹਨਾਂ ਵਿੱਚ ਕੁਛ ਖਾਣਾ ਹੀ ਹੈ, ਇਹ ਜਾਨਵਰਾਂ ਲਈ ਛੱਡ ਦਿਓ। ਕੋਈ ਪੱਠੇ ਬੀਜੇ ਨੇ ਉਹ ਵਿੱਚ ਛੱਡ ਛੱਡਣਾ, ਚਲੋ ਕੋਈ ਪਸ਼ੂ ਖਾ ਲੈਣਗੇ ਉਹਨਾਂ ਲਈ, ਉਹ ਵੀ ਹਿੱਸਾ ਵਿੱਚੋਂ ਕੱਢਦੇ ਰਹਿੰਦੇ ਸੀ। ਇਸ ਤਰ੍ਹਾਂ ਫਿਰ ਬਰਕਤ ਪੈਂਦੀ ਹੈ। ਅਸੀਂ ਜੇ ਨਿਰਾ ਪੈਸਾ ਇਕੱਠਾ ਹੀ ਕਰਨ 'ਤੇ ਲੱਗੇ ਜੇ ਅਤੇ ਭਲੇ ਕੰਮਾਂ ਲਈ ਖਰਚੀਏ ਨਾ, ਅਤੇ ਫਿਰ ਬਰਕਤ ਨਹੀਂ ਪੈਂਦੀ। ਆਹ ਜਿਹੜੇ ਇੱਕ ਓਬਰਾਏ ਨੇ, ਮਿਸਟਰ ਓਬਰਾਏ, ਜਿਹੜਾ ਬਹੁਤ ਉੱਥੇ, ਹਾਂਜੀ ਹਾਂ, ਉਹ ਕਹਿੰਦੇ ਨੇ ਵੀ ਮੈਂ ਤਾਂ ਸਿਰਫ ਆਪਣੀ ਕਮਾਈ ਦਾ ਦਸਵੰਧ ਰੱਖਦਾ, ਮੇਰੀ ਇੰਨੀ ਕਮਾਈ ਹੈ ਕਿ ਮੇਰਾ ਦਸਵੰਧ ਨਾਲ ਹੀ ਸਰ ਜਾਏ, 90% ਮੈਂ ਦਾਨ ਕਰਦਾ ਰਹਿਣਾ। ਦੱਸੋ, ਇਹੋ ਜਿਹੇ ਕਦੇ ਲੋਕ ਕਿਸੇ ਜਨਮ 'ਚ ਵੀ ਨਹੀਂ ਗਰੀਬ ਹੋ ਸਕਦੇ। ਉਹਨਾਂ ਇਸ ਜਨਮ 'ਚ ਇੰਨਾ ਦਾਨ ਕਰਦੇ ਰਹੇ ਕਿ ਕਈ ਜਨਮਾਂ ਤੱਕ ਖਾਈ ਜਾਣਾ ਉਹਨਾਂ ਨੇ। ਉਸ ਮੈਂ ਸਾਰਾ ਜੀਵਨ ਪੜ੍ਹਿਆ, ਉਹਦੇ ਬਾਪ ਦਾ ਵੀ ਪੜ੍ਹਿਆ ਸੀ। ਇੱਕ ਕਿਤਾਬ ਪ੍ਰੋਫੈਸਰ ਮੈਨੂੰ ਯੂਨੀਵਰਸਿਟੀ 'ਚ ਦੇ ਕੇ ਗਿਆ ਸੀ, ਉਹਦੇ ਫਾਦਰ ਦੀ ਕਿਤਾਬ ਪੜ੍ਹਿਆ ਮੈਂ ਕਿਵੇਂ ਇਹਨਾਂ ਲੋਕਾਂ ਨੇ ਤਰੱਕੀ ਕੀਤੀ। ਉਹ 'ਚ ਉਹਨੇ ਲਿਖਿਆ ਸੀ ਕਿ ਮੈਨੂੰ ਇੰਨੀ ਕਮਾਈ ਹੈ ਕਿ ਮੈਂ ਸਿਰਫ 10% ਜਿਹੜਾ ਹੈ ਆਪਣੇ ਪਰਿਵਾਰ 'ਤੇ ਖਰਚ ਕਰਦਾ, 90% ਮੈਂ ਸਮਾਜ ਦੀ ਸੇਵਾ 'ਤੇ ਲਾਉਣਾ। ਇਸ ਲਈ ਫਿਰ ਪਰਮਾਤਮਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਅਗਲੇ ਨੂੰ ਤੇ ਕਿਸਾਨਾਂ 45 ਕਰੋੜ ਰੁਪਏ ਦਾ ਚੈੱਕ ਕੱਟ ਕੇ ਦਿੱਤਾ, ਇੱਕ ਅੱਧਾ 45 ਕਰੋੜ ਰੁਪਈਆ ਦਾਨ ਕਰਤਾ। ਇਸੇ ਤਰ੍ਹਾਂ ਖਾਲਸਾ ਏਡ ਵਾਲੇ ਨੇ, ਉਹਨਾਂ ਨੇ ਸਪੈਸ਼ਲ ਵੱਡਾ ਸਾਰਾ ਟੈਂਟ ਲਾ ਕੇ ਉਹ 'ਤੇ ਪੂਰੀ ਦੁਕਾਨ ਖੋਲ੍ਹਦੀ ਹੈ। 29 ਚੀਜ਼ਾਂ ਉਹ ਵੇਚ ਦਿੰਦੇ ਨੇ ਮੁਫਤ, ਵੀ ਜਿਨ ਭਾਈ ਆਹ ਸਾਡੇ ਕੋਲ 29 ਚੀਜ਼ਾਂ ਨੇ, ਆਹ ਇੱਕ ਕਾਗਜ਼ ਦੇਤਾ ਜੋ ਸਭ ਨੂੰ, ਤੁਹਾਨੂੰ ਕਿਸੇ ਵੀ ਚੀਜ਼ ਦੀ ਕਦੇ ਲੋੜ ਹੋਵੇ ਇੱਥੇ ਆਉਣਾ, ਆਹ ਕਾਗਜ਼ ਸਾਨੂੰ ਵਿਖਾਉਣਾ, ਇੱਥੋਂ ਲੈ ਜਾਓ। ਕੋਟੀ ਚਾਹੀਦੀ ਕੋਟੀ ਲੈ ਜਾਓ, ਕੋਟ ਚਾਹੀਦਾ ਕੋਟ 'ਚ ਲੈ ਜਾਓ, ਜਿਹੜਾ ਕੰਬਲ ਚਾਹੀਦਾ ਕੰਬਲ ਲੈ ਜਾਓ, ਜਰਾਬਾਂ ਚਾਹੀਦੀਆਂ, ਟੁੱਥਪੇਸਟ ਚਾਹੀਦਾ, ਜੋ ਚਾਹੀਦਾ 29 ਆਈਟਮ ਮੁਫਤ ਹੀ ਦੇ ਰਹੇ ਲੱਖਾਂ ਲੋਕਾਂ ਨੂੰ। ਬੜੇ ਬੜੇ ਦਾਨੀ ਨੇ, ਉਹ ਕਈ ਹੈਰਾਨ ਨੇ। ਕਈਆਂ ਤੇ ਅਸੀਂ ਤਾਂ ਇੱਥੇ ਬੈਠੇ ਭੁੱਖੇ ਮਰ ਜਾਣਗੇ, ਇਹ ਨਹੀਂ ਪਤਾ ਸਿੱਖ ਕੌਮ ਹੈ। ਇਹ ਤਾਂ ਦੂਜਿਆਂ ਨੂੰ ਪਾਲਣ ਵਾਲੀ, ਆਪ ਕਿਵੇਂ ਭੁੱਖੇ ਮਰ ਜਾਣਗੇ? ਇਹ ਤਾਂ ਦੂਜਿਆਂ ਨੂੰ ਪਾਲਣ ਵਾਲੀ। ਇਹ ਤਾਂ ਗੁਰੂ ਨਾਨਕ ਦਾ ਉਹ 20 ਰੁਪਏ ਦਾ ਲੰਗਰ, ਉਹੀ ਨਹੀਂ ਮੁੱਕ ਰਿਹਾ। ਇੱਕ ਕਹਿੰਦੇ ਇਹਨਾਂ ਜੀ ਪਾਕਿਸਤਾਨ ਤੋਂ ਪੈਸੇ ਆਉਂਦੇ ਨੇ, ਇੱਕ ਬੀਬੀ ਕਹਿੰਦੀ ਹਾਂ ਆਉਂਦੇ ਨੇ, ਹਾਂ ਆਉਂਦੇ ਆ। ਕਹਿੰਦੇ ਪਤਾ ਕਿੱਥੋਂ ਆਉਂਦੇ ਨੇ? ਉੱਥੇ ਸਾਡਾ ਨਨਕਾਣਾ ਸਾਹਿਬ ਹੈ, ਗੁਰੂ ਨਾਨਕ ਦੇਵ ਭੇਜੀ ਜਾਂਦੇ ਨੇ। ਸਾਨੂੰ ਨਹੀਂ ਕਹਿੰਦੇ ਮਾਇਆ ਦੀ ਕਮੀ ਰਹਿੰਦੀ, ਕਿਤੇ ਤੁਸੀਂ ਫਿਰਦੇ ਹੋ। ਬਿਠਾਇਆ ਅਸੀਂ 2 ਸਾਲ ਇੱਥੇ ਬੈਠੇ ਰਹਾਂਗੇ, ਜਾਂਦੇ ਨਹੀਂ ਹੈਗੇ ਨਾ, ਅਸੀਂ ਭੁੱਖੇ ਮਰੀਏ। ਉੱਥੇ ਡਰਾਈ ਫਰੂਟ ਖਾਣ ਨੂੰ ਮਿਲਦੇ, ਦੁੱਧ ਖੀਰਾਂ ਖਾਣ ਨੂੰ ਮਿਲਦੀ, ਕਿਸੇ ਚੀਜ਼ ਦੀ ਕੌਮ ਕਮੀ ਨਹੀਂ ਰਹਿਣ ਦਿੰਦੀ, ਵਾਧੂ ਭੇਜੀ ਜਾਂਦੇ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਕਿਉਂ? ਗੁਰੂ ਨਾਨਕ ਨੇ ਸਿੱਖਿਆ ਦਿੱਤੀ ਦਸਵੰਧ ਕੱਢਣਾ। ਅਗਲਾ ਕਹਿੰਦਾ ਹੁਣ ਮੌਕਾ ਹੈ ਭਾਈ, ਕੱਢੋ ਫਿਰ ਦਸਵੰਧ, ਹਾਂਜੀ ਭੇਜੋ, ਜਿਹੜੀ ਆਪ ਨਹੀਂ ਜਾ ਸਕਦੇ ਭੇਜ ਦਿਓ ਪੈਸੇ, ਆਪੇ ਕੰਮ ਕਰੀ ਜਾਣਗੇ। ਸੋ ਇਸ ਲਈ ਜਿਹੜੇ ਦਸਵੰਧ ਕੱਢਣ ਵਾਲੀਆਂ ਕੌਮਾਂ ਨੇ, ਉਹ ਪਰਮਾਤਮਾ ਉਹਨਾਂ ਨੂੰ ਕਮੀ ਨਹੀਂ ਰਹਿਣ ਦਿੰਦਾ, ਉਹਨਾਂ ਨੂੰ ਨਹੀਂ ਰਹਿਣ ਦਿੰਦਾ ਕਮੀ। ਜਿਹੜੇ ਦੂਜਿਆਂ ਨੂੰ ਲੁੱਟਣ 'ਤੇ ਲੱਗੇ ਹੋਏ ਨੇ, ਘਰੋਂ ਹੱਥੋਂ ਕੋਈ ਦੇਣਾ ਨਹੀਂ, ਫਿਰ ਉਹਨਾਂ ਨੂੰ ਤਾਂ ਕਮੀ ਆਉਣੀ ਆਉਣੀ ਹੈ। ਉਹ ਲੰਗਰ ਲਾ ਹੀ ਨਹੀਂ ਸਕਦੇ, ਉਹਨਾਂ ਦੇ ਦੂਜਿਆਂ ਤੋਂ ਲੈਣੇ, ਆਪ ਦੇਣਾ ਬੜਾ ਔਖਾ ਹੁੰਦਾ। ਤੁਸੀਂ ਤੁਹਾਡਾ ਜਵਾਕ ਨਾ ਛੋਟਾ, ਇਹਨੂੰ 12 ਸੰਤਰੇ ਦੇ ਦਿਓ, ਦੇਖ ਨਾ, ਫਿਰ ਉਹਨੂੰ ਕਹੇ ਇੱਕ ਮੈਨੂੰ ਦੇ ਦੇ, ਨਹੀਂ ਦਿੰਦਾ, ਨਹੀਂ ਦੇਗਾ, ਐਂ ਜੱਫਾ ਮਾਰੇਗਾ ਵੀ ਕਿਤੇ ਮਾਂ ਖੋ ਨਾ ਲਵੇ। ਮੈਂ ਛੋਟੇ ਕਈ ਵਾਰੀ ਕਈ ਨੇ ਘਰਾਂ ਚਲਾ ਜਾਣਾ, ਉਂਝ ਹੈਗਾ ਦੇਖਦਾ ਰਹਿਣਾ ਤਮਾਸ਼ਾ, ਮੈਂ ਦੇਖ ਇਹਨੇ 12 ਖਾਣੇ ਕੋਈ ਨਹੀਂ, ਪਰ 12 ਦੇ ਕੇ ਇੱਕ ਵਿੱਚੋਂ ਵਾਪਸ ਦੇਣ ਨੂੰ ਤਿਆਰ ਨਹੀਂ ਹੈਗਾ। ਇਸ ਲਈ ਅਸੀਂ ਚੀਜ਼ਾਂ ਨੂੰ ਜੱਫਾ ਮਾਰਦੇ ਹਾਂ, ਵਿੱਚੋਂ ਦੇਣਾ ਬੜਾ ਸਾਨੂੰ ਔਖਾ ਲੱਗਦਾ ਹੈ। ਅਤੇ ਇਸ ਲਈ ਫਿਰ ਪਰਮਾਤਮਾ ਵੀ ਵੇਖ ਰਹੇ ਨੇ, ਜਿਹੜੀਆਂ ਕੌਮਾਂ ਦਸਵੰਧ ਕੱਢਦੇ ਦਾਨ, ਉਹਨਾਂ ਨੂੰ ਕਿਸੇ ਪਰਮਾਤਮਾ ਕਮੀ ਵੀ ਨਹੀਂ ਆਉਣ ਦਿੰਦਾ, ਉਹਨੂੰ ਕਿਸੇ ਦੀ ਵਾਧੂ ਕਰਦੇ ਪਰਮਾਤਮਾ ਹਰ ਇੱਕ ਚੀਜ਼ ਦਾ। ਆਪਣੇ 25 ਸਾਲ ਦੀਵਾਨ ਲੱਗਦੇ ਰਹੇ ਨੇ, ਜਿੰਨਾ ਸਾਨੂੰ ਪੈਸਾ ਰਸਦ ਚਾਹੀਦਾ ਸੀ 5 ਦਿਨ 4 ਦਿਨਾਂ 'ਚ ਸਾਡੇ ਕੋਲ ਪੂਰਾ ਹੋ ਜਾਂਦਾ ਸੀ। ਸੋ ਸਾਨੂੰ ਕਹਿਣਾ ਪੈਂਦਾ ਸੀ ਭਾਈ ਹੁਣ ਕੱਲ੍ਹ ਨੂੰ ਕੋਈ ਚੀਜ਼ ਨਹੀਂ ਲਿਆਉਣੀ ਫਾਲਤੂ ਦਾ। ਸੰਗਤ ਦਾ ਨਾਲੇ ਕਦੇ ਮੰਗਿਆ ਨਹੀਂ, ਤੁਹਾਨੂੰ ਪਤਾ ਕਿਉਂ, ਮੈਨੂੰ ਹੁਕਮ ਹੈ ਮਹਾਂਪੁਰਖਾਂ ਦਾ, ਮੰਗਣਾ ਨਹੀਂ ਹੈ ਪੈਸਾ, ਬਸ
ਤੂੰ ਬਜਾਏ ਬਿਲਡਿੰਗ ਬਣਾਈ ਜਾ, ਚਾਹੇ ਲੰਗਰ ਲਾਈ ਜਾ, ਪੈਸਾ ਨਹੀਂ ਮੰਗਣਾ, ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ। ਆਪੇ ਹੀ ਸੰਗਤ ਦਿੰਦੀ ਰਹੀ, ਉਸ ਤੁਹਾਡੇ ਸਾਹਮਣੇ ਹੀ ਹਨ। ਬਾਬਾ ਕਸ਼ਮੀਰਾ ਸਿੰਘ ਦੂਜੇ ਥਾਵਾਂ ਦੀਵਾਨਾਂ 'ਚ ਵੀ ਕਈ ਵਾਰੀ ਜਾ ਕੇ ਕਹਿੰਦੇ ਸੀ, ਕਹਿੰਦੇ ਨਿਊ ਮੇਰ ਸਿੰਘ ਕਲੋਨੀ ਇੱਕ ਐਸੀ ਥਾਂ ਹੈ ਜਿੱਥੇ ਸੰਗਤ ਨੂੰ ਕਹਿੰਦੇ ਭਾਈ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਵਾਧੂ ਆ ਗਿਆ ਹੈ, ਨਹੀਂ ਤਾਂ ਬਾਕੀ ਸਾਰੇ ਹੋਰ ਲਿਆਓ ਜੀ, ਹੋਰ ਲਿਆਓ ਜੀ। ਹਾਂ, ਕਿਉਂ? ਬਾਣੀ ਨਾਲ ਜੁੜੇ ਹੋਏ ਤੁਸੀਂ ਲੋਕ ਹੋ। ਬਾਣੀ ਨਾਲ ਜੁੜਨ ਕਰਕੇ ਤੋਂ ਸੰਥਿਆ ਲੈਣ ਕਰਕੇ, ਸਿੱਖਿਆ ਲੈਣ ਕਰਕੇ ਹਰ ਬੰਦਾ ਕੁਝ ਨਾ ਕੁਝ ਦਾਨ ਪੁੰਨ ਕਰਦਾ ਰਹਿੰਦਾ, ਪਰਮਾਤਮਾ ਫਿਰ ਉਹ ਵਾਧਾ ਕਰਦਾ ਰਹਿੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਭਾਈ ਜਿਸ ਕੰਮ ਲਈ ਆਏ ਨਾ ਉਹੀ ਇਕੱਠਾ ਕਰੋ। ਤੁਸੀਂ ਨਾਮ ਧਨ ਇਕੱਠਾ ਕਰਨ ਆਇਓ, ਨਾਮ ਧਨ ਇਕੱਠਾ ਕਰੋ। ਮੈਂ ਦੱਸ ਰਿਹਾ ਸੀ, ਜਿਹਦੇ ਕੋਲੇ ਸੰਸਾਰੀ ਧਨ ਹੁੰਦਾ ਉਹਦੇ ਕੋਲੇ ਨਾਮ ਧਨ ਨਹੀਂ ਹੁੰਦਾ, ਪਰ ਜਿਹਦੇ ਕੋਲੇ ਨਾਮ ਧਨ ਹੁੰਦਾ ਉਹਦੇ ਕੋਲੇ ਸੰਸਾਰੀ ਧਨ ਆਪਣੇ ਆਪ ਹੁੰਦਾ ਹੈ। ਹੁਣ ਤੁਸੀਂ ਦੇਖ ਲਓ ਦੋਨਾਂ 'ਚ ਫਿਰ ਕਿਹੜਾ ਕੰਮ ਕਰਨਾ। ਜੇ ਸੰਸਾਰਕ ਧਨ ਇਕੱਠਾ ਕਰਦੇ ਰਹੋਗੇ, ਠੀਕ ਕਰ ਲਓਗੇ, ਇਕੱਠਾ ਕਰ ਲੈ ਬੰਦਾ। ਜੇ ਇਕੱਠਾ ਕਰਨ ਦੀ ਆ ਗਿਆ ਫਿਰ ਕਰ ਲਏਗਾ, ਪਰ ਉਹਦੇ ਕੋਲ ਨਾਮ ਧਨ ਨਹੀਂ ਹੋਵੇਗਾ। ਜਿਹਦੇ ਕੋਲੇ ਨਾਮ ਧਨ ਹੈ, ਨਾਮ ਧਨ ਤਾਕਤ ਹੀ ਇੰਨੀ ਹੈ ਕਿ ਉਹਨੇ ਦੇਖੋ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇਂ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਸਦਾ ਹੀ ਪਰਮਾਤਮਾ ਨੂੰ ਯਾਦ ਰੱਖਦਾ, 9 ਨਿਧੀਆਂ 18 ਸਿੱਧੀਆਂ ਉਹਦੇ ਅੱਗੇ ਪਿੱਛੇ ਫਿਰੀ ਜਾਂਦੀਆਂ ਨੇ। ਮਾਇਆ ਦੀ ਕਮੀ ਕੋਈ ਨਹੀਂ ਰਹਿੰਦੀ, ਮਾਇਆ ਦੀ ਕਮੀ ਕੋਈ ਨਹੀਂ ਰਹਿੰਦੀ। ਜਿੰਨੀਆਂ ਮਹਿੰਗੀਆਂ ਕਾਰਾਂ ਧਾਰਮਿਕ ਬੰਦਿਆਂ ਕੋਲ ਨੇ, ਇੰਨੀਆਂ ਮਹਿੰਗੀ ਕਾਰਾਂ ਦੇ ਰਾਸ਼ਟਰਪਤੀ ਕੋਲ ਵੀ, ਪ੍ਰਧਾਨ ਮੰਤਰੀ ਕੋਲ ਵੀ ਕੋਈ ਨਹੀਂ। ਹਾਂ, ਨਾਲੇ ਕਿਤੇ ਮੰਗਦੇ ਕੋਈ ਨਹੀਂ, ਕੋਈ ਰਿਸ਼ਵਤ ਨਹੀਂ ਲੈਂਦੇ, ਕਿਤੇ ਮੰਗਦੇ ਕੋਈ ਨਹੀਂ। ਨਾਮ ਜਪਣ ਵਾਲੇ ਨੂੰ ਪਰਮਾਤਮਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਹਾਂ, ਉਹ ਆਪਣੀ ਮੌਜ ਗਰੀਬੀ 'ਚ ਰਹਿਣਾ ਚਾਹੁੰਦਾ, ਫਿਰ ਮਰਜ਼ੀ ਹੈ ਭਾਈ, ਮਰਜ਼ੀ ਹੈ। ਭਗਤ ਰਵਿਦਾਸ ਜੀ ਆਪਣੀ ਮੌਜ 'ਚ ਰਹੇ ਗਰੀਬੀ 'ਚ। ਪਰਮਾਤਮਾ ਤਾਂ ਰੋਜ਼ ਮੋਹਰਾਂ ਭੇਜਦਾ ਸੀ ਚੱਕ, ਉਹ ਕਹਿੰਦਾ ਮੈਨੂੰ ਚਾਹੀਦੀ। ਪਰਮਾਤਮਾ ਸਾਧੂ ਭੇਜਦਾ ਸੀ, ਲਿਆ ਤੇਰਾ ਲੋਹਾ ਸੋਨੇ ਦਾ ਕਰ ਦਿੰਦੇ, ਕਹਿੰਦਾ ਮੈਨੂੰ ਨਹੀਂ ਚਾਹੀਦਾ, ਇਹ ਨਹੀਂ ਚਾਹੀਦਾ। ਪਰਮਾਤਮਾ ਨਾਮ ਜਪਣ ਵਾਲੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਹਾਂ, ਜੇ ਅਸੀਂ ਥੋੜ੍ਹੀ ਦੇਰ ਠੂੰ ਠੱਪ ਜੀ ਕਰਕੇ ਕਹੀ ਵੀ ਹਾਂ ਆ ਛੁੱਟੀ ਉੱਤੋਂ 10,000 ਰੁਪਈਆ, ਇਹ ਐਡੀ ਛੇਤੀ ਨਹੀਂ ਹੋਏਗਾ। ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ। ਅੱਜ ਤੁਸੀਂ ਕਣਕ ਬੀਜੇ, 6 ਮਹੀਨੇ ਜਾ ਕੇ ਪੱਕੇਗੀ। ਇਹ ਨਹੀਂ ਕਿ ਸਵੇਰ ਨੂੰ ਸਿੱਟੇ ਲੱਗ ਲੈਣਗੇ ਉਸਨੂੰ, ਸਵੇਰੇ ਨਹੀਂ ਸਿੱਟੇ ਲੱਗਣਗੇ, 6 ਮਹੀਨਿਆਂ ਨੂੰ ਲੱਗਣਗੇ। ਭਜਨ ਬੰਦਗੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਸਾਲਾਂ ਬੱਧੀ ਕਰਦੇ ਰਹੋ, ਸਭ ਕੁਝ ਠੀਕ ਹੋ ਜਾਏਗਾ। ਸੋ ਕਹਿੰਦੇ ਜਾ ਕੋ ਆਏ ਸੋਈ ਬਿਹਾਜੋ, ਜਿਸ ਲਈ ਆਇਓ ਉਹੀ ਇਕੱਠਾ ਕਰੋ। ਹਰ ਗੁਰ ਤੇ ਮਨ ਹੈ ਬਸੇਰਾ, ਗੁਰੂ ਰਾਹੀਂ ਪਰਮਾਤਮਾ ਮਨ ਦੇ ਵਿੱਚ ਵਸ ਜਾਵੇਗਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਨਿਜ ਘਰ ਮਹਿਲ, ਮਹਿਲ ਹੁੰਦਾ ਪਰਮਾਤਮਾ, ਪਰਮਾਤਮਾ ਦਾ ਆਪਣਾ ਘਰ ਭਾਵ ਸੱਚਖੰਡ। ਫਿਰ ਇਸ ਮਨੁੱਖ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਏ। ਸੁਖ ਸਹਿਜੇ, ਸਹਿਜੇ ਹੀ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਬੋਹਰ ਨਾ ਹੋਏਗੋ ਫੇਰਾ, ਫਿਰ ਤੁਹਾਨੂੰ ਦੁਬਾਰਾ ਜਨਮ ਨਹੀਂ ਲੈਣਾ ਪਏਗਾ। ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ ਅਤੇ ਦੁਬਾਰਾ ਜਨਮ ਵੀ ਨਹੀਂ ਲੈਣਾ ਪਏਗਾ। ਹਮੇਸ਼ਾ ਹਮੇਸ਼ਾ ਲਈ ਪਰਮਾਤਮਾ ਦਰ 'ਤੇ ਰਹਿਣਗੇ। ਅੰਤਰਜਾਮੀ ਪੁਰਖ ਵਿਧਾਤੇ, ਹੇ ਪਰਮਾਤਮਾ ਤੂੰ ਅੰਤਰਜਾਮੀ। 18 ਸਿੱਧੀਆਂ ਦੇ ਵਿੱਚੋਂ ਇੱਕ ਸਿੱਧੀ ਅੰਤਰਜਾਮੀ ਹੈ। ਮੰਨ ਲਓ ਮੈਂ ਅੰਤਰਜਾਮੀ, ਸਪੋਜ਼ ਕਰੋ ਇੱਕ ਬੰਦਾ ਤੇ ਖੜ੍ਹ ਕੇ ਮਨ 'ਚ ਅਰਦਾਸ ਕਰ ਰਿਹਾ, ਮੈਨੂੰ ਪਤਾ ਲੱਗ ਜਾਏ ਇਹ ਕੀ ਮੰਗ ਰਿਹਾ ਗੁਰੂ ਤੋਂ, ਕਿਉਂਕਿ ਉਹਦੇ ਮਨ 'ਚ ਜੋ ਹੈ ਉਹ ਮੈਨੂੰ ਪਤਾ ਲੱਗ ਜਾਣਾ। ਉਹ ਹੇਠੋਂ ਪੌੜੀਆਂ ਚੜ੍ਹ ਰਿਹਾ, ਮੈਨੂੰ ਪਤਾ ਲੱਗ ਜਾਏ ਕਿਸ ਭਾਵਨਾ ਵਾਲੇ ਅੰਦਰ ਆ ਗਿਆ। ਇਹ ਗੋਲਕ ਚੋਰੀ ਕਰਨ ਉੱਪਰ ਜਾ ਰਿਹਾ ਕਿ ਕੀ ਕਰਨ ਜਾ ਰਿਹਾ, ਉਹਦੀ ਭਾਵਨਾ ਦਾ ਹੇਠੋਂ ਹੀ ਪਤਾ ਲੱਗ ਜਾਏਗਾ। ਉਹਦੇ ਮਗਰ ਆਉਣ ਦੀ ਲੋੜ ਨਹੀਂ, ਉਹਦੀ ਭਾਵਨਾ ਦਾ ਪਤਾ ਕਿਸ ਭਾਵਨਾ ਉੱਪਰ ਜਾ ਰਿਹਾ ਹੈ। ਹਾਂਜੀ, ਸੋ ਇਸ ਲਈ ਅੰਤਰਜਾਮੀ, ਪਰਮਾਤਮਾ ਅੰਤਰਜਾਮੀ। ਤਾਂ ਹੀ ਕਹਿੰਦੇ ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਉਂਕਿ ਅੰਤਰਜਾਮੀ ਇਸ ਲਈ ਸਾਨੂੰ ਬੋਲਣ ਦੀ ਲੋੜ ਨਹੀਂ। ਉਹ ਸਾਡੀ ਭਾਵਨਾ ਨੂੰ ਹੀ ਜਾਣਦਾ ਵੀ ਕਿਸ ਭਾਵਨਾ ਲੈ ਕੇ ਗੁਰਦੁਆਰੇ ਆਇਆ। ਉਹ ਤਾਂ ਬੋਲੋ ਚਾਹੇ ਨਾ ਬੋਲੋ, ਉਹ ਭਾਵਨਾ ਸਮਝ ਲਏਗਾ। ਫਲ ਤੇ ਭਾਵਨਾ ਨੂੰ ਲੱਗਦਾ, ਮਨੁੱਖ ਦੀ ਕਿਹੋ ਜਿਹੀ ਭਾਵਨਾ ਉਹਨੂੰ ਫਲ ਲੱਗਦਾ, ਅਤੇ ਭਾਵਨਾ ਨੂੰ ਉਹ ਸਮਝ ਰਿਹਾ, ਜਾਣਦਾ ਉਹ।
ਤਾਂ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਪਰ ਫਿਰ ਵੀ ਜਿਹੜਾ ਹੈ ਸਾਡੀ ਆਦਤ ਹੈ ਕਿ ਹਾਂ ਅਸੀਂ ਕਹਿਣੇ ਉਸ ਨੂੰ ਕਿਉਂਕਿ ਇਸ ਗੱਲ 'ਤੇ 100% ਵਿਸ਼ਵਾਸ ਹੀ ਨਹੀਂ ਆ ਰਿਹਾ ਕਿ ਜਦੋਂ ਮੈਂ ਗੁਰਦੁਆਰੇ ਜਾ ਕੇ ਉੱਥੇ ਜੁੱਤੀਆਂ ਲਾਈਆਂ ਪਰ ਗੁਰੂ ਮਹਾਰਾਜ ਦਾ ਪਤਾ ਲੱਗੇ ਕਿਸ ਭਾਵਨਾ ਨਾਲ ਆ ਰਿਹਾ ਹੈ, ਇਹ ਕਿਸ ਭਾਵਨਾ ਨਾਲ ਆ ਰਿਹਾ ਹੈ। ਮੰਨ ਲਓ ਮੈਂ ਜਾਣਾ ਉੱਥੇ ਸੱਚੇ ਪਾਤਸ਼ਾਹ ਅਸੀਂ ਜਿਹੜਾ ਹੈ ਤੁਹਾਡੇ ਬੱਚਿਆਂ ਦਾ ਦਿਨ ਮਨਾ ਰਹੇ ਹਾਂ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤੁਹਾਡੇ ਮਾਤਾ ਜੀ ਦਾ, ਤੁਹਾਡੇ ਸੱਚੇ ਮਹਿਲਾਂ ਦਾ, ਤੁਹਾਡੇ ਅੱਗੇ ਪੋਤਰਿਆਂ ਦਾ, ਉਹਨਾਂ ਦਾ ਅਸੀਂ ਜਿਹੜਾ ਇਹ ਦਿਨ ਮਨਾ ਰਹੇ ਸ਼ਹੀਦੀ ਦਿਹਾੜਾ, ਕਿਰਪਾ ਕਰੋ ਤੁਸੀਂ ਉੱਥੇ ਸਾਡੇ ਦਰਸ਼ਨ ਦਿਓ ਭੋਗ 'ਤੇ। ਬੇਨਤੀ ਕਰਨਾ ਸਾਡਾ ਫਰਜ਼ ਬਣਦਾ। ਪਰ ਜਦੋਂ ਮੈਂ ਜਾਵਾਂਗਾ ਘਰੋਂ ਤੁਰਾਂਗਾ ਗੁਰੂ ਮਹਾਰਾਜ ਤੋਂ ਉਹਦੀ ਪਤਾ ਲੱਗ ਜਾਏਗਾ ਵੀ ਆਹ ਕੁਛ ਮੰਗਣ ਆ ਰਿਹਾ ਹੈ। ਇਹ ਆਪਣੇ ਲਈ ਨਹੀਂ ਮੰਗਣ ਆ ਰਿਹਾ, ਇਹ ਤਾਂ ਸੰਗਤ ਲਈ ਮੰਗਣ ਆ ਰਿਹਾ ਵੀ ਤੁਸੀਂ ਦਰਸ਼ਨ ਦਿਓ, ਅਸੀਂ ਤੁਹਾਡੇ ਪਰਿਵਾਰ ਦੀ ਯਾਦ ਮਨਾਉਣੀ ਹੈ। ਉਹਨੂੰ ਘਰ ਬੈਠੇ ਜਦੋਂ ਮੈਂ ਤੁਰਾਂਗਾ ਉਹਦੀ ਉਸ ਨੂੰ ਪਤਾ ਲੱਗ ਜਾਣਾ, ਮੈਂ ਉੱਥੇ ਬੋਲਾਂ ਚਾਹੇ ਨਾ ਬੋਲਾਂ। ਇਹਨੂੰ ਕਹਿੰਦੇ ਅੰਤਰਜਾਮੀ ਹੋਣਾ, ਅੰਦਰ ਦੀ ਭਾਵਨਾ ਨੂੰ ਜਾਣ ਲੈਣਾ। ਅੰਤਰਜਾਮੀ ਪੁਰਖ ਵਿਧਾਤੇ, ਵਿਧਾਤਾ ਹੁੰਦਾ ਜਿਹੜਾ ਰਚਨਹਾਰ ਹੈ, ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪ੍ਰਮਾਤਮਾ ਤੂੰ ਅੰਤਰਜਾਮੀ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪੁਰਖ ਹੁੰਦਾ ਜੋ ਉਸਨੇ ਬਣਾਇਆ ਉਹਦੇ ਵਿੱਚ ਬਿਰਾਜਮਾਨ ਹੈ। ਹੁਣ ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੈ, ਤੂੰ ਫਿਰ ਤੂੰ ਜਾਣ ਹੀ ਰਿਹਾ, ਉਹ ਸਾਡੇ ਅੰਦਰ ਹੀ ਬੈਠਾ ਹੈ। ਮੈਂ ਕੀ ਸੋਚ ਰਿਹਾ, ਕਰ ਕੀ ਰਿਹਾ, ਉਹ ਤਾਂ ਪਤਾ ਨਹੀਂ। ਮੈਂ ਕੀ ਸੋਚ ਰਿਹਾ ਇਹ ਵੀ ਉਹਨੂੰ ਪਤਾ ਹੈ, ਇਹ ਵੀ ਉਸਨੂੰ ਪਤਾ ਹੈ ਮੈਂ ਸੋਚ ਕੀ ਰਿਹਾ, ਕਿਉਂਕਿ ਉਹ ਅੰਤਰਜਾਮੀ ਹੈ। ਉਹ ਪੁਰਖ ਹੈ, ਜੋ ਕੁਛ ਉਹਨੇ ਬਣਾਇਆ ਉਹਦੇ ਵਿੱਚ ਬੈਠਾ, ਉਹ ਵਿੱਚ ਬੈਠਾ ਹੈ। ਵਿਧਾਤਾ ਹੈ, ਉਹ ਰਚਨਹਾਰ ਹੈ। ਉਹ ਜੀਵਾਂ ਨੂੰ ਸ੍ਰਿਸ਼ਟੀ ਨੂੰ ਬਣਾਉਣ ਹੈ, ਜੀਵਾਂ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮਾਤਮਾ ਤੂੰ ਪੁਰਖ ਹੈ, ਤੂੰ ਸਭ ਦੇ ਵਿੱਚ ਬਿਰਾਜਮਾਨ ਹੈ, ਤੂੰ ਅੰਤਰਜਾਮੀ ਹੈ। ਸ਼ਰਧਾ ਮਨ ਕੀ ਪੂਰੇ, ਸ਼ਰਧਾ ਦੀ ਇੱਛਾ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ। ਹੇ ਪਰਮਾਤਮਾ ਤੂੰ ਤੇ ਅੰਤਰਜਾਮੀ ਹੈ, ਤੂੰ ਤੇ ਸਾਡੇ ਅੰਦਰ ਬਿਰਾਜਮਾਨ ਹੈ, ਤੂੰ ਤੇ ਸਾਨੂੰ ਰਚਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਮੇਰੀ ਵੀ ਇੱਕ ਮਨ ਦੀ ਇੱਛਾ ਪੂਰੀ ਕਰ ਦੇ। ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨੇ ਇੱਛਾ, ਮੇਰੇ ਮਨ ਦੀ ਇੱਕ ਇੱਛਾ ਪੂਰੀ ਕਰ ਦਿਓ। ਧਿਆਨ ਦੇਣਾ, ਸਾਡੀਆਂ ਕਈ ਇੱਛਾਵਾਂ ਨੇ, ਧਾਰਮਿਕ ਬੰਦੇ ਦੀ ਇੱਕੋ ਇੱਛਾ ਹੁੰਦੀ ਹੈ, ਧਾਰਮਿਕ ਬੰਦੇ ਦੀ ਇੱਕੋ ਹੀ ਇੱਛਾ ਹੁੰਦੀ ਹੈ। ਸਾਡੀ ਤਾਂ ਕਈ ਨੇ। ਤੁਸੀਂ ਗੁਰਦੁਆਰੇ ਜਾਣੋ ਖੜ੍ਹ ਕੇ ਕਿੰਨੀਆਂ ਚੀਜ਼ਾਂ ਮੰਗਦੇ ਹੋ, ਇੱਕ ਨਹੀਂ ਅਸੀਂ ਮੰਗਦੇ, ਕਈ ਕੁਛ ਮੰਗਦੇ। ਜਿਹੜਾ ਧਰਮਾਤਮਾ ਬੰਦਾ ਹੁੰਦਾ, ਪਰਮਾਤਮਾ ਦਾ ਭਗਤ, ਉਹਦੀ ਇੱਛਾ ਹੀ ਇੱਕੋ ਹੁੰਦੀ ਹੈ ਕਿ ਤੂੰ ਮੈਨੂੰ ਮਿਲ, ਬਸ। ਉਹ ਦੂਜੀ ਇੱਛਾ ਹੀ ਨਹੀਂ ਹੁੰਦੀ। ਜਿਵੇਂ ਤੁਸੀਂ ਸਰਕਾਰ ਤੋਂ ਦੋ ਚੀਜ਼ਾਂ ਮੰਗੋ, ਸਰਕਾਰ ਦੇਖੇਗੀ ਵੀ ਜਿਸ ਮੰਗ ਦੇ ਵਿੱਚ ਪੈਸਾ ਨਹੀਂ ਨਾ ਕੋਈ ਖਰਚਾ ਨਾ ਪੈਣਾ, ਉਹ ਮੰਨ ਲੈਂਦੇ ਨੇ। ਇੱਕ ਮੰਨ ਕੇ ਤੁਹਾਨੂੰ ਟਰਕਾਤਾ 6-7 ਮਹੀਨੇ ਲੰਘਾਤੇ, ਫਿਰ ਦੇਖੀ ਜਾਓ, ਤੁਸੀਂ ਖੁਸ਼ ਹੋ, ਚੱਲ ਦੋ 'ਚ ਇੱਕ ਮੰਨ ਲਈਏ। ਉਹਨਾਂ ਉਹ ਮੰਨੀ ਜਿਸ 'ਤੇ ਉਹਨਾਂ ਦਾ ਕੋਈ ਪੈਸਾ ਨਹੀਂ ਖਰਚ ਆਉਂਦਾ। ਜਦੋਂ ਤੁਸੀਂ ਪੈਸੇ ਵਾਲੀ ਕੋਈ ਗੱਲ ਕਹੋਗੇ, ਸਾਡੀ ਤਨਖਾਹ ਵਧਾਓ, ਸਾਨੂੰ ਇੰਕਰੀਮੈਂਟ ਲਾਓ, ਸਾਨੂੰ ਫਲਾਣਾ ਕਰੋ, ਫਿਰ ਕਦੇ ਡਾਂਗਾਂ ਖਾਓ ਅਤੇ ਕਦੇ ਕੁਛ ਕਰੋ ਅਤੇ ਕਦੇ ਕੁਛ ਕਰੋ। ਸਭ ਤੋਂ ਔਖਾ ਕੰਮ ਸਰਕਾਰ ਨੂੰ ਪੈਸੇ ਦੇਣਾ। ਪਰ ਜੇ ਮੰਗ ਹੈ ਹੀ ਇੱਕੋ ਹੀ ਮੰਗ ਹੈ, ਤੁਹਾਡੇ ਪੁੱਤਰ ਦੀ ਇੱਕੋ ਮੰਗ ਹੈ, ਮੈਂ ਤੇ ਮੋਟਰਸਾਈਕਲ ਲੈਣਾ, ਉਹ ਦੁੱਖ ਕਰਨ ਵਾਲਾ। ਕਿਹੜਾ ਹੁੰਦਾ ਉਹ? ਬੁਲਟ। ਉਹ ਕਹੀ ਜਾਂਦਾ, ਤੁਸੀਂ ਹੋਰ ਨਾ, ਇੱਕੋ ਹੀ ਮੰਗ ਹੈ। ਮਹੀਨਾ 2 ਮਹੀਨੇ 3 ਮਹੀਨੇ ਰਿੜ ਕਰਦਾ ਰਹਿੰਦਾ ਹੈ। ਹੁਣ ਮੰਗੀ ਇੱਕ ਹੈ, ਢਾਲਿਆ ਵੀ ਨਹੀਂ ਜਾ ਸਕਦਾ, ਕਿਵੇਂ ਢਾਲੀਏ? ਮੰਗੀ ਇੱਕ ਹੈ। ਤੁਸੀਂ ਭਾਵੇਂ ਦੁਖੀ ਹੋ ਕੇ ਕਰੋ, ਚਾਹੇ ਉਹ ਜਾ ਯਾਰ ਦਫਾ ਹੋ, ਸਾਡਾ ਖਹਿੜਾ ਛੱਡ, ਲੈ ਲਾ ਜੋ ਤੂੰ ਲੈਣਾ, ਬਸ ਮੰਗ ਮੰਨੀ ਗਈ ਨਾ। ਚਾਹੇ ਰਿੜ ਕਰਕੇ ਮੰਨੀ ਤੇ ਚਾਹੇ ਕਿਵੇਂ ਮੰਨੀ ਗਈ, ਹੁਣ ਮੰਗ ਹੀ ਇੱਕੋ ਹੈ। ਨਾਨਕ ਦਾਸ ਇਹ ਹੈ ਸੁਖ ਮੰਗ ਹੈ। ਮੈਂ ਤਾਂ ਇਹੀ ਮੰਗਦਾ, ਸੁਖ ਮੈਨੇ ਮੰਗ, ਸ਼ਰਧਾ ਮੈਨੇ ਵੀ ਮੰਗ। ਨਾਨਕ ਦਾਸ ਇਹ ਹੈ ਸੁਖ ਮੰਗ ਹੈ। ਮੈਂ ਤਾਂ ਇਹੀ ਮੰਗਦਾ ਹਾਂ ਕਿ
ਮੋਹ ਕੋ ਕਰ ਸੰਤਨ ਕੀ ਧੂਰੇ, ਕਿ ਮੈਨੂੰ ਸੰਤਾਂ ਦੀ ਚਰਨ ਧੂੜ ਬਣਾ ਦਿਓ। ਬਸ ਮੈਂ ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰਾਂ। ਬਸ ਇਹ ਹੁੰਦਾ ਸੰਤਾਂ ਦੀ ਚਰਨ ਧੂੜ ਹੋਣਾ। ਇੱਕੋ ਹੀ ਚੀਜ਼ ਮੰਗੀ ਹੈ, ਇੱਕੋ ਹੀ ਮੰਗੀ ਜਾਣੀ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕੋ ਹੀ ਮੰਗੀ ਜਾਣਾ, ਇੱਕੋ ਹੀ ਮੰਗੀ ਜਾਣੀ ਹੈ। ਕਦੇ ਤਾਂ ਕਦੇ ਫਿਰ ਪਰਮਾਤਮਾ ਪੂਰੀ ਕਰ ਦਿੰਦਾ ਵੀ ਇਹ ਨਹੀਂ ਖੜਾ ਛੱਡਦਾ। ਇਹ ਮੰਗ ਦੋ ਹੁੰਦੀਆਂ ਅਤੇ ਪਰਮਾਤਮਾ ਇੱਕ ਦੇ ਕੇ ਸਾਨੂੰ ਟਾਲ ਦਿੰਦੇ। ਨਹੀਂ, ਮੰਗ ਹੀ ਇੱਕ ਹੈ। ਮਨ ਤੁਹਾਡੀ ਮੰਗ ਹੈ ਵੀ ਮੈਨੂੰ ਤਾਂ ਤੂੰ ਮਿਲ, ਬਸ ਵੀ ਮੈਨੂੰ ਤਾਂ ਤੂੰ ਚਾਹੀਦਾ ਬਸ। ਅਤੇ ਫਿਰ ਅਖੀਰ ਨੂੰ ਉਹਨੂੰ ਮਿਲਣਾ ਹੀ ਪੈਣਾ ਵੀ ਹੋਰ ਮੰਗ ਹੀ ਕੋਈ ਨਹੀਂ, ਇੱਕੋ ਹੀ ਮੰਗ ਹੈ। ਅਤੇ ਪੰਚਮ ਪਾਤਸ਼ਾਹ ਸਾਡੇ ਦੀ ਇੱਕੋ ਮੰਗ ਹੈ, ਨਾਨਕ ਦਾਸ ਇਹ ਹੈ ਸੁਖ ਮੰਗ ਹੈ। ਮੈਂ ਤਾਂ ਇੱਕੋ ਮੰਗ ਮੰਗਦਾ ਹਾਂ, ਮੋਕੋ ਕਰ ਸੰਤਨ ਕੀ ਧੂਰੇ, ਕਿ ਮੈਨੂੰ ਸੰਤਾਂ ਦੀ ਚਰਨ ਧੂੜ ਬਣਾ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਜਿਹੜੀ ਸੁਣ ਰਹੀ ਹੈ ਘਰਾਂ 'ਚ ਬੈਠੀ ਅਤੇ ਇੱਥੇ ਵੀ, ਕੱਲ੍ਹ ਨੂੰ ਸ਼ਹੀਦੀ ਦਿਹਾੜਾ ਮਨਾਉਣ ਹਿਤ ਅਖੰਡ ਪਾਠ ਸ਼ੁਰੂ ਹੋ ਰਹੇ ਹਨ। 7 ਜਿਹੜਾ ਚੌਥਾ ਅਖੰਡ ਪਾਠ ਸੀ ਉਹ ਕੱਟ ਦਿੱਤਾ ਗਿਆ ਹੈ, ਅਤੇ ਜਿਹੜਾ ਹੁਣ 5ਵਾਂ ਅਖੰਡ ਪਾਠ ਸੀ ਉਹ ਚੌਥਾ ਹੋ ਗਿਆ, ਅਤੇ ਜਿਹੜਾ 6ਵਾਂ ਸੀ ਉਹ 5ਵਾਂ ਹੋ ਗਿਆ, ਜਿਹੜਾ 7ਵਾਂ ਸੀ ਉਹ 6ਵਾਂ ਹੋ ਗਿਆ, ਅਤੇ ਜਿਹੜਾ 8ਵਾਂ ਸੀ ਉਹ 7ਵਾਂ ਹੋ ਗਿਆ। ਆਪਣੀ ਡਿਊਟੀਆਂ ਹੁਣ ਤਾਂ ਅਸੀਂ ਹਰ ਇੱਕ ਨੂੰ ਇਨਫੋਰਮ ਵੀ ਟੈਲੀਫੋਨ 'ਤੇ ਕਰਤਾ ਉਹਦੀ ਡਿਊਟੀ ਅਤੇ ਟਾਈਮ ਦਾ। ਫਿਰ ਵੀ ਜਿਹੜਾ ਹੈ ਸੰਗਤ ਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਦੱਸ ਦਈਦਾ ਹੁੰਦਾ, ਜਿਹੜੀ ਤੁਹਾਡੀ ਸਹੇਲੀਆਂ ਨੇ, ਕੋਈ ਕਿਸੇ ਦਾ ਦੋਸਤ ਮਿੱਤਰ ਹੈ, ਕੋਈ ਜਾਣੂ ਹੈ ਕਿ ਭਾਈ ਕੱਲ੍ਹ ਨੂੰ ਅਖੰਡ ਪਾਠ ਹੋ ਰਹੇ ਨੇ ਅਤੇ ਆਪਣੀ ਆਪਣੀ ਡਿਊਟੀਆਂ 'ਤੇ ਵੇਲੇ ਸਿਰ ਪਹੁੰਚਣਾ ਹੈ। ਸੋ ਕੱਲ੍ਹ ਨੂੰ ਜਿਹੜਾ ਹੈ 7:30 ਵਜੇ ਜਿਹੜਾ ਹੈ ਉਹ ਆ ਕੇ ਬੈਠ ਜਾਣਾ। 7:45 ਵਜੇ ਜਿਹੜਾ ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਜਾਏਗਾ। 8 ਵਜੇ ਅਖੰਡ ਪਾਠ ਸ਼ੁਰੂ ਹੋ ਜਾਣੇ। ਐਤਵਾਰ ਨੂੰ 7:30 ਵਜੇ ਭੋਗ ਪੈਣਾ ਸ਼ੁਰੂ ਹੋ ਜਾਣਾ। 8 ਵਜੇ ਸਮਾਪਤੀ ਹੋ ਜਾਣੀ ਹੈ। ਫਿਰ ਚਾਹ ਪਾਣੀ ਪੀ ਕੇ ਆਪ ਜੀ ਨੇ ਆਪਣੇ ਆਪਣੇ ਕਰਨ ਵਾਪਸ ਚਲੇ ਜਾਣਾ। ਫਿਰ ਜੇ ਪਰਮਾਤਮਾ ਨੇ ਅਲਾਓ ਕੀਤਾ ਤਾਂ ਜਿਹੜਾ ਫਿਰ ਆਪਾਂ 10 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਇੱਕ ਤਾਂ ਹੈ 5 ਨੂੰ, 2 ਕੈਲੰਡਰ ਨੇ ਨਾ, ਇੱਕ ਹੈ 20 ਨੂੰ। ਜਿਹੜਾ ਹੈ ਆਪਾਂ ਕਿਉਂਕਿ ਉਸ ਦਿਨ ਨਹੀਂ ਮਨਾ ਸਕਦੇ, ਸਾਡਾ ਐਤਵਾਰ ਨਹੀਂ ਹੁੰਦਾ ਹੈ। ਫਿਰ ਇਸ ਲਈ ਫੈਸਲਾ ਕੀਤਾ ਵੀ 10 ਦਾ ਐਤਵਾਰ ਹੈ, 10 ਦਾ ਐਤਵਾਰ ਹੈ ਵੀ 10 ਜਨਵਰੀ ਨੂੰ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ। ਅਗਰ ਹਾਲਾਤ ਠੀਕ ਰਹੇ ਉਹਦੇ ਫਿਰ ਵੱਡਾ ਗੁਰਦੁਆਰਾ ਸਾਹਿਬ ਖੋਲ੍ਹ ਕੇ ਉੱਥੇ ਕੀਰਤਨ ਕਥਾ ਫਿਰ ਉੱਥੇ ਕਰਾਂਗੇ। ਹਾਂਜੀ, ਗੁਰੂ ਮਹਾਰਾਜ ਕਿਰਪਾ ਕਰਨ। ਸੋ 10 ਜਨਵਰੀ ਵੀ ਯਾਦ ਰੱਖਣੀ ਹੈ ਕਿ 10 ਜਨਵਰੀ ਨੂੰ ਜਿਹੜਾ ਹੈ ਭੋਗ ਪੈਣਗੇ ਅਖੰਡ ਪਾਠਾਂ ਦੇ। 8 ਨੂੰ ਸ਼ੁਰੂ ਹੋ ਜਾਣਗੇ, 10 ਨੂੰ ਫਿਰ ਭੋਗ ਪਾਵਾਂਗੇ। ਇਸ ਤਰ੍ਹਾਂ ਕੱਲ੍ਹ ਨੂੰ ਸ਼ੁਰੂ ਹੋਣੇ ਨੇ ਅਤੇ 27 ਨੂੰ ਭੋਗ ਪੈਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।